ਸਤਿਨਾਮ ਵਾਹਿਗੁਰੂ। ਨਾਮ ਵਾਹਿਗੁਰੂ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਛੁਟਤ ਪਰਵਾਹ ਅਮਿਆ ਅਮਰਾ ਪਦ, ਅੰਮ੍ਰਿਤ ਸਰੋਵਰ ਸਦ ਭਰਿਆ। ਤੇ ਪੀਵਹਿ ਸੰਤ ਕਰਹਿ ਮਨ ਮੱਜਨ, ਉਪਜਨ ਹੋ ਸੇਵਾ ਕਰਿਆ। ਤਿਨ ਪਉ ਨਿਵਾਰਿਅਨ ਪੈ ਪਦ ਦੀਨਾ, ਸ਼ਬਦ ਮਾਤਰ ਤੇ ਉਦਰ ਧਰੇ। ਕਾਵੇ ਕਲ ਠਾਕੁਰ ਹਰਦਾਸ ਤਨੇ, ਗੁਰ ਰਾਮਦਾਸ ਸਰ ਅਪਰ ਪਰੇ। ਸੋ ਕਹੋ ਟਲ ਗੁਰ ਸੇਵੀਐ, ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸਿਐ ਗੁਰੂ ਕੈ, ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮਦੀ, ਨੂਰ ਅਰ ਸਹੁ ਕੁਰ ਸਹੁ ਝਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ। ਸਜਣ ਸੱਚਾ ਪਾਤਸ਼ਾਹ, ਸਿਰ ਸ਼ਾਹਾਂ ਦੇ ਸਾਹੋ। ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵਿਸਾਹੋ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਨਾਸਰੀ ਮਹੱਲਾ ਪੰਜਵਾ। ਤ੍ਰਿਪਤ ਪਾਈ ਸੱਚ ਭੋਜਨ ਖਾਇਆ, ਮਨ ਤਨ ਰਸਨਾ ਨਾਮ ਧਿਆਇਆ। ਤ੍ਰਿਪਤ ਪਾਈ ਸੱਚ ਭੋਜਨ ਖਾਇਆ, ਮਨ ਤਨ ਰਸਨਾ ਨਾਮ ਧਿਆਇਆ। ਜੀਵਨਾ ਹਰ ਜੀਵਨਾ, ਜੀਵਨ ਹਰ ਜਪ ਸਾਧ ਸੰਗ। ਰਹਾਉ ਅਨਕ ਪ੍ਰਕਾਰੀ ਬਸਤਰ ਉਟਾਏ। ਅਨ ਦਿਨ ਕੀਰਤਨ ਹਰ ਗੁਣ ਗਾਏ। ਹਸਤੀ ਰਥ ਅਸ ਅਸਵਾਰੀ, ਹਰ ਕਾ ਮਾਰਗ ਹਿਰਦੈ ਨਿਹਾਰੀ। ਮਨ ਤਨ ਅੰਤਰ ਚਰਨ ਧਿਆਇਆ, ਹਰ ਸੁਖ ਨਿਦਾਨ ਨਾਨਕ ਦਾਸ ਪਾਇਆ। ਮਨ ਤਨ ਅੰਤਰ ਚਰਨ ਧਿਆਇਆ, ਹਰ ਸੁਖ ਨਿਦਾਨ ਨਾਨਕ ਦਾਸ ਪਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਜੁਗੋ ਜੁਗ ਅਟਲ ਚਾਵਰ ਤਖਤ ਛਤਰ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਅਤੇ ਪਵਿੱਤਰ ਹਜ਼ੂਰੀ ਅੰਦਰ ਜੁੜ ਮਿਲ ਬੈਠੇ ਗੁਰੂ ਕਾ ਖਾਸ ਰੂਪ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਗੁਰ ਫਤਿਹ ਪ੍ਰਵਾਨ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੋਜ਼ਾਨਾ ਵਾਂਗ ਨਿੱਤਾ ਪ੍ਰਤੀ ਵਾਂਗ ਅੱਜ ਵੀ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਸਾਡੇ ਦੁਨਿਆਵੀ ਜੀਵਾਂ ਤੇ ਮਿਹਰ ਕਰਦਿਆਂ ਹੋਇਆਂ, ਰਹਿਮਤ ਕਰਦਿਆਂ ਹੋਇਆਂ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਸਿੰਘਾਸਣ ਤੇ ਬਿਰਾਜਮਾਨ ਹੋ ਕਰਕੇ ਜਿੱਥੇ ਸਾਨੂੰ ਸੰਗਤਾਂ ਨੂੰ ਖੁੱਲੇ ਦਰਸ਼ਨ ਦੀਦਾਰੇ ਬਖਸ਼ਿਸ਼ ਕੀਤੇ, ਉੱਥੇ ਪਾਵਨ ਸ੍ਰੀ ਮੁੱਖ ਵਾਕ ਸ੍ਰੀ ਹੁਕਮਨਾਮਾ ਸਾਹਿਬ ਜੀ ਦੀ ਬਖਸ਼ਿਸ਼ ਵੀ ਕੀਤੀ। ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਪ੍ਰਾਪਤ ਹੋਏ ਪਾਵਨ ਸ੍ਰੀ ਮੁੱਖ ਵਾਕ ਸਾਹਿਬ ਜੀ ਦੀ ਕਥਾ ਵਿਚਾਰ ਕਰਨ ਅਤੇ ਸ਼ਰਵਣ ਕਰਨ ਵਾਸਤੇ ਆਪਾਂ ਸਾਰੇ ਹੀ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਇਕੱਤਰ ਹੋਏ ਹਾਂ। ਸੰਗਤ ਜੀ, ਅੱਜ ਸਾਵਣ ਦੇ ਮਹੀਨੇ ਦੀ ਪ੍ਰਾਰੰਭਤਾ ਹੋਈ ਹੈ। ਸਾਵਣ ਦੇ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਹੈ ਤੇ ਜੋ ਸਾਵਣ ਦੇ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਹੈ ਨਾ, ਸਿੱਖ ਇਤਿਹਾਸ ਦੇ ਨਾਲ ਇਹ ਬਹੁਤ ਡੂੰਘਾ ਸੰਬੰਧ ਰੱਖਦਾ ਹੈ। ਜਿਨ੍ਹਾਂ ਸ਼ਹੀਦ ਸਿੰਘਾਂ ਨੂੰ ਨਿੱਤਾ ਪ੍ਰਤੀ ਆਪਾਂ ਅਰਦਾਸ ਵਿੱਚ ਯਾਦ ਕਰਦੇ ਹਨ, ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੋਹਾਈਆਂ, ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਇਨ੍ਹਾਂ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਦੇ ਵਿੱਚੋਂ ਅੱਜ ਇੱਕ ਮਹਾਨ ਸ਼ਹੀਦ ਭਾਈ ਤਾਰੂ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਹੈ। ਅਰਦਾਸ ਵਿੱਚ ਸ਼ਬਦ ਜੋ ਆਇਆ ਖੋਪਰੀਆਂ ਲੋਹਾਈਆਂ, ਇਹ ਬਹੁ ਵਚਨ ਹੈ। ਇਸ ਤੋਂ ਇਹ ਅਰਥ ਮਿਲਦਾ ਹੈ ਕਿ ਹੋਰ ਵੀ ਬੇਅੰਤ ਸਿੰਘਾਂ ਨੇ ਖੋਪਰੀਆਂ ਲੋਹਾ ਕਰਕੇ ਸ਼ਹਾਦਤ ਪ੍ਰਾਪਤ ਕੀਤੀ ਹੋਵੇਗੀ, ਪਰ ਹੋ ਸਕਦਾ ਉਹਨਾਂ ਦੇ ਨਾਂ ਇਤਿਹਾਸ ਵਿੱਚ ਦਰਜ ਹੋਣੋਂ ਰਹਿ ਗਏ ਹੋਣ। ਪਰ ਇੱਕ ਨਾਮ ਸਾਡੇ ਸਿੱਖ ਇਤਿਹਾਸ ਵਿੱਚ ਦਰਜ ਹੈ, ਸ਼ਹੀਦ ਭਾਈ ਤਾਰੂ ਸਿੰਘ ਜੀ, ਜਿਨ੍ਹਾਂ ਦਾ ਜਨਮ ਨਗਰ ਪੂਲਾ, ਜ਼ਿਲ੍ਹਾ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਪਿਤਾ ਸਰਦਾਰ ਜੋਧ ਸਿੰਘ ਜੀ ਦੇ ਘਰ ਹੋਇਆ ਤੇ ਭਾਈ ਸਾਹਿਬ ਜੀ ਦੀ ਇੱਕ ਭੈਣ ਵੀ ਸੀ ਜੋ ਉਮਰ ਵਿੱਚ ਇਹਨਾਂ ਤੋਂ ਛੋਟੀ ਸੀ। ਛੋਟੀ ਉਮਰੇ ਸਰਦਾਰ ਜੋਧ ਸਿੰਘ ਜੀ ਚੜ੍ਹਾਈ ਕਰ ਗਏ। ਕੁਝ ਇਤਿਹਾਸਕਾਰਾਂ ਨੇ ਤਾਂ ਇਹ ਵੀ ਜ਼ਿਕਰ ਕੀਤਾ ਹੈ ਕਿ ਪੰਥ ਦੀ ਖਾਤਰ ਸ਼ਹੀਦ ਹੀ ਹੋਏ ਸਨ ਸਰਦਾਰ ਜੋਧ ਸਿੰਘ ਜੀ। ਪਿਤਾ ਦੇ ਚੜ੍ਹਾਈ ਕਰ ਜਾਣ ਤੋਂ ਬਾਅਦ ਇਹਨਾਂ ਦੋਨਾਂ ਬੱਚਿਆਂ ਨੂੰ ਮਾਂ ਨੇ ਪਾਲਿਆ। ਮਾਤਾ ਪਿਤਾ ਭਾਈ ਸਾਹਿਬ ਜੀ ਦੇ ਦੋਵੇਂ ਹੀ ਅੰਮ੍ਰਿਤਧਾਰੀ ਸਨ।
ਬਹੁਤ ਗੁਰਸਿੱਖੀ ਦੇ ਵਿੱਚ ਪ੍ਰਪੱਕ ਸਨ, ਨਿਤਨੇਮੀ ਸਨ, ਰਹਿਤਵਾਨ ਸੰਗ। ਮਾਤਾ ਨੇ ਜਿੱਥੇ ਬੱਚਿਆਂ ਦੀ ਦੁਨਿਆਵੀ ਤੌਰ ਤੇ ਪਾਲਣਾ ਪੋਸ਼ਣਾ ਕੀਤੀ, ਉੱਥੇ ਜਿੰਨਾ ਚਿਰ ਤੱਕ ਭਾਈ ਸਾਹਿਬ ਜੀ ਨੇ ਹੋਸ਼ ਨਹੀਂ ਸੀ ਸੰਭਾਲੀ, ਮਾਤਾ ਨੇ ਗੋਦੀ ਵਿੱਚ ਲੈ ਕਰਕੇ ਨਿਤਨੇਮ ਕਰਨਾ, ਮੂਲ ਮੰਤਰ ਗੁਰ ਮੰਤਰ ਦਾ ਜਾਪ ਕਰਨਾ, ਤਾਂ ਕਿ ਇਹਨਾਂ ਬੱਚਿਆਂ ਦੇ ਵੀ ਗੁਰਬਾਣੀ ਦੀ ਆਵਾਜ਼ ਕੰਨੀ ਪੈਂਦੀ ਰਹੇ। ਸਮਾਂ ਆਪਣੀ ਚਾਲ ਚੱਲਦਾ ਗਿਆ। ਭਾਈ ਸਾਹਿਬ ਜੀ ਜਦੋਂ ਉਮਰ ਕਰਕੇ ਜੋਗ ਹੋਏ ਤੇ ਮਾਤਾ ਨੇ ਭਾਈ ਸਾਹਿਬ ਜੀ ਨੂੰ ਵੀ ਪੰਜਾਂ ਪਿਆਰਿਆਂ ਪਾਸੋਂ ਅੰਮ੍ਰਿਤ ਦੀ ਦਾਤ ਲੈ ਕਰਕੇ ਦਿੱਤੀ, ਭਾਵ ਕਿ ਅੰਮ੍ਰਿਤ ਛਕਾਉਣਾ ਕੀਤਾ। ਜਦੋਂ ਭਾਈ ਸਾਹਿਬ ਜੀ ਭਰ ਜਵਾਨੀ ਵਿੱਚ ਹੋਏ, ਉਸ ਵੇਲੇ ਜੋ ਲਾਹੌਰ ਦਾ ਹਾਕਮ ਸੀ ਉਹ ਸੀ ਜ਼ਕਰੀਆ ਖਾਨ, ਜੋ ਬਹੁਤ ਜ਼ਾਲਮ ਅਤੇ ਨਿਰਦਈ ਸੀ। ਇਸ ਨੇ ਇਹ ਤਹਈਆ ਕੀਤਾ ਹੋਇਆ ਸੀ ਆਪਣੇ ਮਨ ਦੇ ਵਿੱਚ ਕਿ ਮੈਂ ਸਿੱਖਾਂ ਦਾ ਖੁਰਾ ਖੋਜ ਮਿਟਾ ਦੇਣਾ, ਤੇ ਇਸ ਦੇ ਜ਼ੁਲਮਾਂ ਤੋਂ ਤੰਗ ਆ ਕਰਕੇ ਫਿਰ ਸਿੱਖਾਂ ਨੇ ਆਪਣੇ ਘਰ-ਬਾਰ ਛੱਡ ਦਿੱਤੇ, ਜੰਗਲਾਂ ਦੇ ਵਿੱਚ ਝਿੜੀਆਂ ਦੇ ਵਿੱਚ ਲੁੱਕ ਛਿਪ ਕਰਕੇ ਨਾ ਸਿੱਖ ਤੇ ਦਿਨ ਬਤੀਤ ਕਰਦੇ ਸਨ। ਇਤਿਹਾਸ ਨੇ ਇਹ ਵੀ ਜ਼ਿਕਰ ਕੀਤਾ ਕਿ ਨਾ ਪਹਿਨਣ ਵਾਸਤੇ ਇਹਨਾਂ ਸਿੱਖਾਂ ਦੇ ਕੋਲ ਉਸ ਵੇਲੇ ਕੋਈ ਕੱਪੜਾ ਹੀ ਸੀ, ਤੇ ਨਾ ਖਾਣ ਵਾਸਤੇ ਕੋਈ ਭੋਜਨ ਪਦਾਰਥ ਹੁੰਦਾ ਸੀ। ਇੱਥੋਂ ਤੱਕ ਵੀ ਸਾਡੀ ਤਵਾਰੀਖ ਨੇ ਜ਼ਿਕਰ ਕੀਤਾ ਕਿ ਭੋਜਨ ਦੀ ਥਾਂ ਰੁੱਖਾਂ ਦੇ ਪੱਤੇ ਖਾ ਕਰਕੇ ਇਹ ਸਿਦਕਵਾਨ ਸਿੰਘ ਗੁਜ਼ਾਰਾ ਕਰਦੇ ਸਨ। ਤੇ ਇੱਕ ਵਾਰ ਭਾਈ ਤਾਰੂ ਸਿੰਘ ਜੀ ਨੇ ਵੇਖਿਆ ਕਿ ਜੰਗਲਾਂ ਦੇ ਵਿੱਚ ਕੁਝ ਸਿੰਘ ਰਹਿ ਰਹੇ ਹਨ। ਪੁੱਛਿਆ ਕਿ ਛਕਦੇ ਕੀ ਹੋ, ਤੇ ਕਹਿਣ ਲੱਗੇ ਕਿ ਰੁੱਖਾਂ ਦੇ ਪੱਤੇ ਖਾ ਕਰਕੇ ਗੁਜ਼ਾਰਾ ਕਰਦੇ ਹਾਂ। ਭਾਈ ਸਾਹਿਬ ਘਰ ਆਏ, ਭਰੇ ਮਨ ਦੇ ਨਾਲ ਮਾਤਾ ਨੂੰ ਕਿਹਾ ਕਿ ਮਾਤਾ, ਜਿੰਨੀ ਹੋ ਸਕੇ, ਜਿੰਨੀ ਕੁ ਸਮਰੱਥਾ ਸਾਨੂੰ ਧੰਨ ਕਲਗੀਧਰ ਦਸ਼ਮੇਸ਼ ਪਿਤਾ ਨੇ ਬਖਸ਼ੀ ਹੈ ਨਾ, ਆਪਣੀ ਵਿੱਤ ਮੁਤਾਬਕ ਆਪਾਂ ਉਹਨਾਂ ਸਿੰਘਾਂ ਦੀ ਸੇਵਾ ਕਰਿਆ ਕਰੀਏ। ਮਾਂ, ਭੈਣ ਅਤੇ ਭਾਈ ਸਾਹਿਬ ਇਹਨਾਂ ਤਿੰਨਾਂ ਨੇ ਸਲਾਹ ਕੀਤੀ। ਅਗਲੇ ਦਿਨ ਤੋਂ ਫਿਰ ਭਾਈ ਸਾਹਿਬ ਜੀ ਨੇ ਦਿਨੇ ਆਪਣੇ ਖੇਤਾਂ ਵਿੱਚ ਕੰਮ ਕਰਨ ਚਲੇ ਜਾਣਾ। ਮਾਂ ਅਤੇ ਭੈਣ ਨੇ ਪ੍ਰਸ਼ਾਦੇ ਪਕਾਉਣੇ, ਦਾਲ ਤਿਆਰ ਕਰਨੀ, ਸਬਜ਼ੀ ਤਿਆਰ ਕਰਨੀ, ਅਤੇ ਰਾਤ ਨੂੰ ਜਦੋਂ ਹਨੇਰਾ ਹੋਣਾ, ਦੋਵਾਂ ਭੈਣ ਭਰਾਵਾਂ ਨੇ ਜੰਗਲ ਦੇ ਵਿੱਚ ਜਾ ਕਰਕੇ ਇਹਨਾਂ ਨਾਮ ਜਪਣ ਵਾਲੀਆਂ ਰੰਗ ਰਤੜੀਆਂ ਰੂਹਾਂ ਨੂੰ ਪ੍ਰਸ਼ਾਦਾ ਛਕਾਉਣਾ। ਤੇ ਸੰਗਤ ਜੀ, ਇਤਿਹਾਸ ਕਹਿੰਦਾ ਕਿ ਜਦੋਂ ਨਾਮ ਜਪਣ ਵਾਲੀਆਂ ਰੂਹਾਂ ਨੇ ਪ੍ਰਸ਼ਾਦਾ ਛਕਣਾ ਨਾ, ਪ੍ਰਸ਼ਾਦਾ ਛਕਣ ਤੋਂ ਉਪਰੰਤ ਜੋ ਜਥੇਦਾਰ ਸੀ ਨਾ, ਉਹਨਾਂ ਸਿੰਘਾਂ ਦਾ ਨਿੱਤਾ ਪ੍ਰਤੀ ਉਸਨੇ ਇਹ ਅਰਦਾਸ ਕਰਨੀ ਕਿ ਧੰਨ ਕਲਗੀਧਰ ਦਸ਼ਮੇਸ਼ ਪਿਤਾ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ, ਆਪ ਜੀ ਦੇ ਬਖਸ਼ੇ ਹੋਏ ਖਜ਼ਾਨਿਆਂ ਭੰਡਾਰਿਆਂ ਵਿੱਚੋਂ ਰਸਦਾਂ ਬਸਤਾਂ ਲੈ ਕਰਕੇ ਭਾਈ ਤਾਰੂ ਸਿੰਘ ਜੀ ਦੇ ਸਮੁੱਚੇ ਪਰਿਵਾਰ ਨੇ ਪ੍ਰਸ਼ਾਦਾ ਤਿਆਰ ਕਰਕੇ ਆਪ ਜੀ ਦੇ ਗੁਰਸਿੱਖਾਂ ਨੂੰ ਛਕਾਇਆ। ਤੇ ਸੱਚੇ ਪਾਤਸ਼ਾਹ ਕਿਰਪਾ ਕਰਿਓ, ਭਾਈ ਤਾਰੂ ਸਿੰਘ ਜੀ ਦੀ ਸਿੱਖੀ ਕੇਸਾਂ ਸਵਾਸਾਂ ਨਾਲ ਨਿਭ ਜਾਵੇ। ਉਸ ਵੇਲੇ ਬਹੁਤ ਵੱਡੀ ਅਸੀਸ ਹੁੰਦੀ ਸੀ। ਅੱਜ ਤੇ ਅਸੀਸਾਂ ਵੀ ਬਦਲ ਗਈਆਂ, ਦੇਣ ਵਾਲੇ ਵੀ ਲੈਣ ਵਾਲੇ ਵੀ। ਕਾਰੋਬਾਰ ਦੀਆਂ ਅਸੀਸਾਂ, ਧੀਆਂ ਪੁੱਤਰਾਂ ਦੇ ਪੱਕੇ ਹੋਣ ਦੀਆਂ ਅਸੀਸਾਂ, ਵਿਦੇਸ਼ ਜਾਣ ਦੀਆਂ ਅਸੀਸਾਂ, ਇੱਥੋਂ ਤੱਕ ਕਿ ਮੇਰੇ ਸਮੇਤ ਆਪਾਂ ਸਾਰੇ ਸੀਮਤ ਰਹਿ ਗਏ। ਸੁਰਹੋ ਵਿਚਾਰ ਜਿੱਥੇ ਇਸ ਮਾਤ ਲੋਕ ਤੇ ਰੰਗ ਰਤੜੀਆਂ ਰੂਹਾਂ ਆਈਆਂ, ਜਨਮ ਮਾਰਨ ਦੋਹੂ ਮਹਿ ਨਾਹੀ,
ਜਨ ਪਰ ਉਪਕਾਰੀ ਆਏ, ਅਜਿਹੀਆਂ ਰੂਹਾਂ ਆਈਆਂ ਜਿੱਥੇ ਫੁੱਲ ਆਏ ਉੱਥੇ ਕੰਡੇ ਵੀ ਆਏ। ਕੁਝ ਲੋਕ ਇਸ ਮਾਤ ਲੋਕ ਤੇ ਆਏ, ਸ਼ੋਭਾ ਖੱਡ ਕੇ ਵਡਿਆਈ ਖੱਟ ਕੇ ਗਏ, ਤੇ ਕੁਝ ਇਹੋ ਜਿਹੇ ਆਏ ਚਾਰ ਛਿੱਲੜਾਂ ਦੀ ਖਾਤਰ, ਜੋ ਰਹਿੰਦੀ ਦੁਨੀਆ ਤੱਕ ਆਪਣੇ ਮੱਥੇ ਤੇ ਕਲੰਕ ਲਗਾ ਕੇ ਚਲੇ ਗਏ। ਉਹਨਾਂ ਕਲੰਕ ਲਗਾਉਣ ਵਾਲਿਆਂ ਦੇ ਵਿੱਚੋਂ ਹੀ ਇੱਕ ਸੀ ਹਰ ਭਗਤ ਨਿਰੰਜਣੀਆਂ, ਜੋ ਉਸ ਵੇਲੇ ਦਾ ਜਸੂਸ ਸੀ, ਮੁਖਬਰ ਸੀ। ਬਹੁਤ ਸਾਰੇ ਸਿੰਘਾਂ ਨੂੰ ਇਸ ਨੇ ਮੁਖਬਰੀ ਕਰਕੇ ਸ਼ਹੀਦ ਕਰਵਾਇਆ ਸੀ। ਤੇ ਸਨ ਇਹ ਲਾਹੌਰ ਬੈਠਾ ਹੋਇਆ ਹੈ ਜ਼ਕਰੀਆ ਖਾਨ ਦੇ ਦਰਬਾਰ ਦੇ ਵਿੱਚ, ਤੇ ਰਾਜ ਸੱਤਾ ਦੇ ਨਸ਼ੇ ਦੇ ਵਿੱਚ ਚੂਰ ਜ਼ਕਰੀਆ ਖਾਨ ਬੜੇ ਹੰਕਾਰ ਨਾਲ ਇਹ ਗੱਲ ਕਹਿ ਰਿਹਾ ਕਿ ਸਿੰਘ ਤਕਰੀਬਨ ਮੈਂ ਮੁਕਾ ਦਿੱਤੇ ਹਨ। ਜਿਹੜੇ ਵਿਰਲੇ ਜੰਗਲਾਂ ਬੇਲਿਆਂ ਦੇ ਵਿੱਚ ਰੁਕ ਛਿਪ ਕੇ ਰਹਿ ਰਹੇ ਹਨ ਨਾ, ਉਹ ਵੀ ਭੁੱਖ ਤਰੇ ਗਰਮੀ ਸਰਦੀ ਨਾਲ ਮਰ ਜਾਣਗੇ। ਪਰ ਕੌਣ ਦੱਸੇ ਜ਼ਕਰੀਆ ਖਾਨ ਨੂੰ ਕਿ ਇਸ ਖਾਲਸੇ ਪੰਥ ਨੂੰ ਜਿਸ ਨੇ ਸਾਜਿਆ ਨਾ, ਉਸ ਦਾ ਹੱਥ ਸਦੀਵ ਕਾਲ ਇਸ ਪੰਥ ਦੇ ਸਿਰ ਤੇ ਹੈ। ਕੋਈ ਮਾਈ ਦਾ ਲਾਲ ਇਸ ਖਾਲਸੇ ਪੰਥ ਨੂੰ ਖਤਮ ਨਹੀਂ ਕਰ ਸਕਦਾ। ਜਦੋਂ ਜ਼ਕਰੀਆ ਖਾਨ ਨੇ ਇੰਜ ਕਿਹਾ ਨਾ, ਤੇ ਇਤਿਹਾਸ ਨੇ ਜੋ ਬੋਲ ਸਾਂਭ ਕੇ ਰੱਖੇ ਹਨ, ਜ਼ਕਰੀਆ ਖਾਨ ਨੇ ਕਿਹਾ, ਆਪ ਸਹੇ ਉਹ ਨੰਗ ਅਰ ਭੁੱਖ, ਦੇਖ ਨਾ ਸਕੈ ਸਿੰਘਨ ਦੁੱਖ। ਕਹਿਣ ਲੱਗਾ ਜ਼ਕਰੀਆ ਖਾਨ, ਹਰ ਭਗਤ ਨਿਰੰਜਣੀਆਂ, ਜਦੋਂ ਤੱਕ ਤਾਰੂ ਸਿੰਘ ਵਰਗੇ ਜਿਉਂਦੇ ਹਨ ਨਾ, ਤੂੰ ਸਿੱਖਾਂ ਨੂੰ ਖਤਮ ਨਹੀਂ ਕਰ ਸਕਦਾ। ਕਹਿਣ ਲੱਗਾ ਕੀ ਗੱਲ? ਉਸ ਨੇ ਦੱਸਿਆ ਕਿ ਸਮੁੱਚਾ ਪਰਿਵਾਰ ਲੰਗਰ ਤਿਆਰ ਕਰਕੇ ਰੋਜ਼ਾਨਾ ਤੇ ਜੰਗਲਾਂ ਦੇ ਵਿੱਚ ਜਾ ਕਰਕੇ ਨਾ ਦੋਵੇਂ ਭੈਣ ਭਰਾ ਤੇ ਸਿੰਘਾਂ ਨੂੰ ਸਿਖਾਉਂਦੇ ਹਨ। ਬਹੁਤ ਕ੍ਰੋਧ ਵਿੱਚ ਆ ਕਰਕੇ ਜ਼ਕਰੀਆ ਖਾਨ ਨੇ ਭਾਈ ਸਾਹਿਬ ਜੀ ਦੀ ਗ੍ਰਿਫਤਾਰੀ ਦੇ ਵਾਰੰਟ ਕੱਢੇ। ਐਦੀਏ ਨਗਰ ਪੂਲੇ ਪਹੁੰਚ ਗਏ। ਅੱਗੇ ਮਾਂ ਆਉਂਦਿਆਂ ਨੂੰ ਬਾਣੀ ਪੜ੍ਹ ਰਹੀ ਹੈ, ਪ੍ਰਸ਼ਾਦੇ ਤਿਆਰ ਕਰ ਰਹੀ ਹੈ। ਰੰਗ ਰਤੜੀ ਰੂਹ ਮਾਂ ਕਹਿਣ ਲੱਗੀ, ਵੀਰੋ ਹੱਥ ਮੂੰਹ ਧੋਵੋ, ਜਲ ਛਕੋ ਤੇ ਲੰਗਰ ਤਿਆਰ ਹੈ, ਲੰਗਰ ਤਿਆਰ ਹੋ ਰਿਹਾ ਹੈ, ਲੰਗਰ ਛਕਣਾ ਕਰੋ। ਐਦੀਏ ਜੋ ਕ੍ਰੋਧ ਨਾਲ ਗੁੱਸੇ ਨਾਲ ਭਰੇ ਆਏ ਸਨ, ਕਹਿਣ ਲੱਗੇ, ਮਾਂ ਅਸੀਂ ਤੇਰੇ ਪੁੱਤਰ ਨੂੰ ਗ੍ਰਿਫਤਾਰ ਕਰਨ ਆਏ ਹਾਂ ਤੇ ਤੂੰ ਸਾਨੂੰ ਪ੍ਰਸ਼ਾਦਾ ਪੁੱਛ ਰਹੀ ਹੈ। ਮਾਂ ਕਹਿਣ ਲੱਗੀ, ਮੇਰੇ ਪੁੱਤਰ ਦਾ ਕਸੂਰ। ਇਹਦੀ ਕਹਿਣ ਲੱਗੀ, ਅਸੀਂ ਤੇ ਹੁਕਮ ਦੇ ਬੱਝੇ ਹਾਂ, ਪਰ ਕਸੂਰ ਉਸ ਦਾ ਇਹ ਹੈ ਕਿ ਉਹ ਹਕੂਮਤ ਦੇ ਬਾਗੀਆਂ ਨੂੰ ਨਿੱਤਾ ਪ੍ਰਤੀ ਪ੍ਰਸ਼ਾਦਾ ਛਕਾਉਂਦਾ ਹੈ। ਉਹਨੇ ਚਿਰ ਨੂੰ ਭਾਈ ਸਾਹਿਬ ਵੀ ਆ ਗਏ। ਸਾਡਾ ਇਤਿਹਾਸ ਕਹਿੰਦਾ ਕਿ ਦੋਨਾਂ ਭੈਣ ਭਰਾਵਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ, ਪਰ ਪਿੰਡ ਵਾਲਿਆਂ ਦੇ ਭਾਰੀ ਵਿਰੋਧ ਦੇ ਕਾਰਨ ਭਾਈ ਸਾਹਿਬ ਜੀ ਦੀ ਭੈਣ ਨੂੰ ਛੱਡ ਦਿੱਤਾ ਗਿਆ। ਭਾਈ ਸਾਹਿਬ ਜੀ ਨੂੰ ਗ੍ਰਿਫਤਾਰ ਕਰਕੇ ਲਾਹੌਰ ਦਰਬਾਰ ਪੇਸ਼ ਕੀਤਾ ਗਿਆ। ਗੱਲ ਲਮਕਾਈਏ ਨਾ, ਸਮਾਂ ਸੀਮਤ ਹੈ। ਜ਼ਕਰੀਆ ਖਾਨ ਨੇ ਦੋ ਸ਼ਰਤਾਂ ਰੱਖੀਆਂ ਭਾਈ ਤਾਰੂ ਸਿੰਘ ਜੀ ਅੱਗੇ ਕਿ ਜਾਂ ਮੌਤ ਕਬੂਲ ਕਰ ਲੈ, ਤੇ ਜੇ ਜਾਨ ਬਖਸ਼ੀ ਕਰਵਾਉਣੀ ਹੈ ਤੇ ਫਿਰ ਕੇਸ ਕਤਲ ਕਰਵਾ ਕਰਕੇ ਮੁਸਲਮਾਨ ਬਣ ਜਾ। ਭਾਈ ਸਾਹਿਬ ਕਹਿਣ ਲੱਗੇ, ਮੁਸਲਮਾਨ ਤੇ ਬਣ ਜਾਵਾਂ, ਪਰ ਫੇਰ ਕੀ ਮੈਂ ਕਦੀ ਮਰਾਂਗਾ ਨਹੀਂ। ਜ਼ਕਰੀਆ ਕਹਿਣ ਲੱਗਾ, ਨਹੀਂ ਮਰਨਾ ਤੇ ਓੜਕ ਨੂੰ ਸਾਰਿਆਂ ਹੀ ਹੈ। ਤੇ ਭਾਈ ਤਾਰੂ ਸਿੰਘ ਜੀ ਕਹਿਣ ਲੱਗੇ, ਜੇ ਮਰਨਾ ਹੀ ਹੈ ਤੇ ਫਿਰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਕਿਰਪਾ ਕਰਨ, ਸਿੱਖੀ ਕੇਸਾਂ ਸਵਾਸਾਂ ਦੇ ਨਾਲ ਨਿਭਾਉਂਦਿਆਂ ਹੋਇਆਂ ਹੀ ਸ਼ਹੀਦ ਕਿਉਂ ਨਾ ਹੋ ਜਾਵਾਂ। ਕ੍ਰੋਧ ਵਿੱਚ ਆਣ ਕੇ ਜ਼ਕਰੀਆ ਖਾਨ ਕਹਿਣ ਲੱਗਾ, ਜਿਹੜੀ ਸਿੱਖੀ ਅਤੇ ਕੇਸਾਂ ਦੀ ਤੂੰ ਗੱਲ ਕਰਦਾ, ਮਾਰ ਮਾਰ ਕੇ ਤੇਰੇ ਸਿਰ ਦੇ ਕੇਸ ਝਾੜ ਦਿਆਂਗੇ। ਭਗਤ ਮੁਖ ਤੇ ਬੋਲਦੇ ਸੇ ਵਚਨ ਹੋਵੰਦੇ। ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਕਹਿਣ ਲੱਗੇ, ਜ਼ਕਰੀਆ ਖਾਨ ਤੂੰ ਮੇਰੇ ਸਿਰ ਦੇ ਕੇਸ ਕੀ ਝਾੜੇਗਾ? ਮੈਂ ਵੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਸੁਪੁੱਤਰ ਹਾਂ,
ਤੇ ਤੇਰੇ ਸਾਹਮਣੇ ਪ੍ਰਣ ਕਰਦਾ ਕਿ ਉਦੋਂ ਤੱਕ ਮੈਂ ਸਵਾਸ ਨਹੀਂ ਤਿਆਗਾਂਗਾ ਜਦੋਂ ਤੱਕ ਆਪਣੀ ਜੁੱਤੀ ਦੀ ਨੋਕ ਨਾਲ ਤੈਨੂੰ ਅੱਗੇ ਲਾ ਕਰਕੇ ਨਰਕਾਂ ਵਿੱਚ ਨਹੀਂ ਪਾ ਦਿੰਦਾ। ਕ੍ਰੋਧ ਵਿੱਚ ਭਰੇ ਹੋਏ ਜ਼ਕਰੀਆ ਖਾਨ ਨੇ ਮੋਚੀ ਸਦਵਾਇਆ। ਸਾਡਾ ਇਤਿਹਾਸ ਕਹਿੰਦਾ ਕਿ ਜੋ ਪਹਿਲਾ ਟੱਪ ਮੋਚੀ ਨੇ ਰੰਬੀ ਦਾ ਖੁਰਜੀ ਦਾ ਲਾਇਆ, ਉਹ ਇੱਥੇ ਮੱਥੇ ਤੇ ਪ੍ਰਵੱਟਿਆਂ ਦੇ ਉੱਪਰ ਲਾਇਆ। ਸਹਿਜੇ ਸਹਿਜੇ ਉਸਨੇ ਖੁਰਜੀ ਖੋਪੀ ਦੀ ਰੰਬੀ ਦੇ ਨਾਲ ਸਾਰੀ ਖੋਪਰੀ ਭਾਈ ਸਾਹਿਬ ਜੀ ਦੀ ਕੇਸਾਂ ਦੇ ਸਮੇਤ ਉਤਾਰ ਦਿੱਤੀ। ਐਦੀਆਂ ਨੇ ਭਾਈ ਸਾਹਿਬ ਜੀ ਦਾ ਸਰੀਰ ਚੁੱਕ ਕਰਕੇ ਲਾਹੌਰੋਂ ਬਾਹਰ ਖਾਈ ਵਿੱਚ ਸੁੱਟ ਦਿੱਤਾ। ਸਿੱਖ ਭਾਈ ਸਾਹਿਬ ਜੀ ਦਾ ਸਰੀਰ ਉੱਥੋਂ ਚੁੱਕ ਕਰਕੇ ਧਰਮਸ਼ਾਲਾ ਦੇ ਵਿੱਚ ਲੈ ਆਏ। ਇਤਿਹਾਸ ਕਹਿੰਦਾ ਕਿ ਭਾਈ ਸਾਹਿਬ ਜੀ ਲਗਾਤਾਰ ਸ੍ਰੀ ਜਪਜੀ ਸਾਹਿਬ ਜੀ ਦੇ ਪਾਠ ਕਰੀ ਜਾ ਰਹੇ ਸਨ। ਜਦੋਂ ਖੋਪਰੀ ਲਾਈ ਜ਼ਕਰੀਆ ਖਾਨ ਨੇ ਤੇ ਇਸ ਨੂੰ ਪਿਸ਼ਾਬ ਦਾ ਬੰਨ ਪੈ ਗਿਆ। ਬੜੇ ਨੀਮ ਹਕੀਮ ਸੱਦੇ ਪਰ ਇਹ ਮਰਨ ਕਿਨਾਰੇ ਹੋ ਗਿਆ, ਇਸ ਨੂੰ ਪਿਸ਼ਾਬ ਨਾ ਆਵੇ। ਫਿਰ ਇਸ ਨੂੰ ਬਚਨ ਯਾਦ ਆਇਆ ਭਾਈ ਤਾਰੂ ਸਿੰਘ ਜੀ ਦਾ। ਉਸ ਵੇਲੇ ਲਾਹੌਰ ਦਾ ਕੋਤਵਾਲ ਸੀ ਭਾਈ ਸ਼ਬੇਗ ਸਿੰਘ ਜੀ, ਉਸ ਨੂੰ ਸੱਦਿਆ ਗਿਆ। ਨਾਲ ਕੁਝ ਅਹਿਲਕਾਰ ਭੇਜੇ ਕਿ ਭਾਈ ਤਾਰੂ ਸਿੰਘ ਦੇ ਕੋਲੋਂ ਮੈਨੂੰ ਮਾਫੀ ਦਵਾ ਦਿਓ। ਜਦੋਂ ਇਹ ਸਾਰੇ ਭਾਈ ਸਾਹਿਬ ਜੀ ਦੇ ਕੋਲ ਆਏ, ਭਾਈ ਸਾਹਿਬ ਕਹਿਣ ਲੱਗੇ ਮੈਂ ਕੌਣ ਮਾਫੀ ਦੇਣ ਵਾਲਾ, ਜਾਂ ਤਾਂ ਮਾਫੀ ਦਸ਼ਮੇਸ਼ ਪਿਤਾ ਕਲਗੀਆਂ ਵਾਲਾ ਦੇ ਸਕਦਾ ਜਿਸ ਦੇ ਕੇਸਾਂ ਦੇ ਵਾਸਤੇ ਇਸ ਨੇ ਅਪਮਾਨਯੋਗ ਸ਼ਬਦ ਵਰਤੇ, ਤੇ ਜਾਂ ਸਮਰੱਥਾ ਸੱਚੇ ਪਾਤਸ਼ਾਹ ਜੀ ਨੇ ਪੰਥ ਨੂੰ ਬਖਸ਼ੀ ਹੋਈ ਹੈ। ਫਿਰ ਦਲ ਖਾਲਸਾ ਦੇ ਕੋਲ ਭਾਈ ਸੁਬੇਗ ਸਿੰਘ ਜੀ ਇਹਦੇ ਐਦੀਏ ਗਏ। ਉਹਨਾਂ ਗੁਰਸਿੱਖਾਂ ਨੇ ਪਹਿਲੋਂ ਤਾਂ ਰੋਹ ਵਿੱਚ ਆਣ ਕੇ ਕਿਹਾ ਕਿ ਜ਼ਕਰੀਆ ਖਾਨ ਨੂੰ ਕਤਲ ਕਰ ਦਿੱਤਾ ਜਾਵੇ, ਪਰ ਵਿੱਚੋਂ ਕੁਝ ਗੁਰਸਿੱਖਾਂ ਨੇ ਕਿਹਾ ਕਿ ਨਹੀਂ, ਭਾਈ ਸਾਹਿਬ ਜੀ ਦੇ ਬਚਨ ਸੱਤ ਹੋਣੇ ਚਾਹੀਦੇ ਹਨ। ਫਿਰ ਉਹਨਾਂ ਨੇ ਕਿਹਾ ਕਿ ਭਾਈ ਸਾਹਿਬ ਜੀ ਦੇ ਚਰਨਾਂ ਦਾ ਜੋੜਾ ਲੈ ਜਾਵੋ, ਜ਼ਕਰੀਆ ਖਾਨ ਦੇ ਸਿਰ ਵਿੱਚ ਮਾਰੋ, ਤੇ ਜਿਵੇਂ ਜਿਵੇਂ ਉਸ ਦੇ ਸਿਰ ਵਿੱਚ ਭਾਈ ਸਾਹਿਬ ਜੀ ਦੇ ਚਰਨਾਂ ਦਾ ਜੋੜਾ ਮਾਰੋਗੇ ਇਸ ਨੂੰ ਪਿਸ਼ਾਬ ਆਵੇਗਾ। ਸੰਗਤ ਜੀ, ਅੱਜ ਦਾ ਜੋ ਦਿਨ ਹੈ ਨਾ, ਅੱਜ ਦੇ ਦਿਨ ਭਾਈ ਸਾਹਿਬ ਜੀ ਨੇ ਸ਼ਹਾਦਤ ਪ੍ਰਾਪਤ ਕੀਤੀ ਸੀ, ਪਰ ਅੱਜ ਖੋਪੜੀ ਲੱਥੇ ਨੂੰ 22ਵਾਂ ਦਿਨ ਸੀ। 22 ਦਿਨ ਭਾਈ ਸਾਹਿਬ ਬਿਨਾਂ ਖੋਪਰੀ ਤੋਂ ਜੀਂਦੇ ਰਹੇ ਤੇ 22 ਦਿਨ ਭਾਈ ਸਾਹਿਬ ਜੀ ਦੇ ਚਰਨਾਂ ਦਾ ਜੋੜਾ ਜ਼ਕਰੀਆ ਖਾਨ ਆਪਣੇ ਸਿਰ ਵਿੱਚ ਮਰਵਾਉਂਦਾ ਰਿਹਾ। 22ਵੇਂ ਦਿਨ ਜਦੋਂ ਜ਼ਕਰੀਆ ਖਾਨ ਜੋੜਾ ਸਿਰ ਦੇ ਵਿੱਚ ਮਰਵਾ ਕਰਕੇ ਸ਼ਹਾਦਤ ਪ੍ਰਾਪਤ ਕਰ ਗਿਆ, ਸਿੱਖਾਂ ਨੇ ਜਾ ਕਰਕੇ ਭਾਈ ਸਾਹਿਬ ਜੀ ਨੂੰ ਕਿਹਾ ਕਿ ਭਾਈ ਸਾਹਿਬ ਜੀ ਆਪ ਜੀ ਦੇ ਬਚਨ ਸਫਲ ਹੋ ਗਏ, ਜ਼ਕਰੀਆ ਖਾਨ ਚੜ੍ਹਾਈ ਕਰ ਗਿਆ। ਫਿਰ ਭਾਈ ਸਾਹਿਬ ਜੀ ਨੇ ਇੱਛਾ ਜ਼ਾਹਰ ਕੀਤੀ ਕਿ ਪਿਤਾ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ, ਭਾਈ ਰਤਨ ਸਿੰਘ ਜੀ ਭੰਗੂ ਨੇ ਜ਼ਿਕਰ ਕੀਤਾ ਇਸ ਗੱਲ ਦਾ ਕਿ ਪਿਤਾ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਪਾਵਨ ਸਰੋਵਰ ਦਾ ਜਲ ਲਿਆਓ ਤੇ ਮੈਨੂੰ ਇਸ਼ਨਾਨ ਕਰਾਵੋ। ਇੰਜ ਹੀ ਹੋਇਆ। ਜਲ ਲਾਹੌਰ ਪਹੁੰਚ ਗਿਆ। ਭਾਈ ਸਾਹਿਬ ਜੀ ਦੇ ਸਰੀਰ ਦਾ ਜਦੋਂ ਇਸ਼ਨਾਨ ਕਰਵਾਇਆ, ਅੱਜ ਭਾਈ ਸਾਹਿਬ ਜੀ ਜੋ 22 ਦਿਨ ਤੋਂ ਲਗਾਤਾਰ ਸ੍ਰੀ ਜਪਜੀ ਸਾਹਿਬ ਜੀ ਦੇ ਪਾਠ ਕਰੀ ਜਾ ਰਹੇ ਸਨ, ਅੱਜ ਗੁਰੂ ਰਾਮਦਾਸ ਪਿਤਾ ਦੇ ਪਾਵਨ ਪਵਿੱਤਰ ਸਰੋਵਰ ਦੇ ਜਲ ਨਾਲ ਇਸ਼ਨਾਨ ਕਰਨ ਤੋਂ ਉਪਰੰਤ ਸ੍ਰੀ ਜਪਜੀ ਸਾਹਿਬ ਜੀ ਦੀਆਂ ਆਖਰੀ ਤੁਕਾਂ ਜਦੋਂ ਭਾਈ ਸਾਹਿਬ ਜੀ ਨੇ ਪੜ੍ਹੀਆਂ, ਜਿਨੀ ਨਾਮ ਧਿਆਇਆ ਗਏ ਮਸ਼ੱਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਇਸ ਮਾਤ ਲੋਕ ਤੋਂ ਭਾਈ ਸਾਹਿਬ ਜੀ ਨੇ ਸਵਾਸ ਤਿਆਗੇ ਤੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਗੋਦ ਵਿੱਚ ਜਾ ਕਰਕੇ ਵਿਰਾਜਮਾਨ ਹੋ ਗਏ। ਬੜਾ ਵਡਮੁੱਲਾ ਇਤਿਹਾਸ ਹੈ ਸੰਗਤ ਜੀ। ਇੱਕ ਬੇਨਤੀ ਮੈਂ ਜ਼ਰੂਰ ਕਰਾਂਗਾ। ਪੁਰਾਤਨ ਸਮਿਆਂ ਦੇ ਵਿੱਚ ਮਾਈਆਂ ਨੇ ਬੱਚਿਆਂ ਦੇ ਬੜੇ ਪਿਆਰ ਦੇ ਨਾਲ, ਅਸੀਂ ਖੁਦ ਇਹ ਗੱਲ ਪਿੰਡੇ ਤੇ ਹੰਡਾਈ ਹੈ, ਸਾਡੀਆਂ ਮਾਈਆਂ ਨੇ ਨਾ ਜੀ ਸਾਡੇ ਕੇਸ ਵਾਹ ਕਰਕੇ ਤੇ ਫਿਰ ਗੁੰਦ ਕੇ ਬੜੀ ਸ਼ਰਧਾ ਨਾਲ ਜੂੜਾ ਕਰਨਾ ਕਿ ਕੇਸ ਲੰਮੇ ਹੋ ਜਾਣ। ਪਰ ਸੱਚ ਜਾਣਿਓ ਅੱਜ ਉਹ ਮਾਵਾਂ ਅਲੋਪ ਹੋ ਗਈਆਂ। ਕਿਧਰੇ ਵਿਰਲੀ ਵਿਰਲੀ ਉਹ ਮਾਂ ਦਿਖਾਈ ਦਿੰਦੀ ਹੈ
ਜਿਹੜੀ ਆਪਣੇ ਬੱਚਿਆਂ ਨੂੰ ਸਿੱਖੀ ਸਿਦਕ ਕੇਸਾਂ ਸਵਾਸਾਂ ਨਾਲ ਨਿਭਾਉਣ ਦੀ ਸਿੱਖਿਆ ਦਿੰਦੀ ਹੋਵੇ। ਨਹੀਂ ਤੇ ਇੱਕ ਕੌੜਾ ਸੱਚ ਹੈ, ਬੱਚਿਆਂ ਦੇ ਵਾਲ ਕੀ ਗੁੰਦਣੇ ਅੱਜ ਦੀਆਂ ਮਾਵਾਂ ਨੇ, ਵਿਰਲੀਆਂ ਵਿਰਲੀਆਂ ਹਨ, ਪਰ ਬਹੁਤਾਤ ਹੈ ਨਾ ਜੋ ਉਹਨਾਂ ਨੇ ਬੱਚਿਆਂ ਦੇ ਵਾਲ ਗੁੰਦ ਕੇ ਜੂੜਾ ਤੇ ਕੀ ਕਰਨਾ। ਉੱਤੇ ਆਪਣੀਆਂ ਵੀ ਗੁੱਤਾਂ ਨੇ ਗੁੰਦਦੀਆਂ ਤੇ ਗੁੰਦਣੀਆਂ ਤੇ ਛੱਡੀਆਂ। ਮੈਂ ਆਪ ਦੀ ਅੱਖੀਂ ਵੇਖਦੇ ਹਾਂ ਕਿ ਛੋਟੀਆਂ ਛੋਟੀਆਂ ਹੁੰਦੀਆਂ ਨਾ ਗੁੱਤਾਂ ਜੀ, ਲੱਕ ਤੋਂ ਤਾਂ ਤੇ ਓੜਕ ਨੂੰ ਗਿੱਚੀ ਤੱਕ ਹੀ ਆ ਗਈਆਂ, ਇੰਨੀਆਂ ਕੀ ਗੁੱਤਾਂ ਰਹਿ ਗਈਆਂ ਮਾਵਾਂ ਦੀਆਂ। ਤੇ ਮੁੜ ਕੇ ਮਾਵਾਂ ਕਹਿੰਦੀਆਂ ਕਿ ਸਾਡੇ ਬੱਚੇ ਸਿੱਖੀ ਸਰੂਪ ਦੇ ਵਿੱਚ ਪਰਪੱਕ ਨਹੀਂ ਰਹਿੰਦੇ। ਹੋਰ ਵੀ ਕਾਰਨ ਹੋਣਗੇ, ਮੈਂ ਮੁਨਕਰ ਨਹੀਂ ਹੁੰਦਾ, ਪਰ ਇਹ ਵੀ ਕਾਰਨ ਹੈ ਆਪਾਂ ਆਪਣਾ ਗੁਨਾਹ ਵੀ ਕਬੂਲ ਕਰੀਏ ਨਾ ਮਾਤਾ ਪਿਤਾ, ਕਿ ਅਸੀਂ ਬਚਪਨ ਦੇ ਵਿੱਚ ਆਪਣੇ ਬੱਚਿਆਂ ਨੂੰ ਕਿੰਨੀ ਕੁ ਸਿੱਖਿਆ ਦਿੰਦੇ ਹਾਂ। ਅੱਜ ਲੋੜ ਹੈ ਬਚਪਨ ਦੇ ਵਿੱਚ ਆਪਣੇ ਬੱਚਿਆਂ ਨੂੰ ਸਿੱਖੀ ਸਰੂਪ ਦੇ ਵਿੱਚ ਪਰਪੱਕ ਰੱਖਣ ਵਾਸਤੇ ਨਾ ਉਹਨਾਂ ਨੂੰ ਗੁਰਬਾਣੀ ਦੇ ਨਾਲ ਜੋੜੀਏ। ਜੋ ਸਾਡਾ ਵਡਮੁੱਲਾ ਇਤਿਹਾਸ ਹੈ, ਸ਼ਹੀਦ ਸਿੰਘਾਂ ਦੀਆਂ ਜੀਵਨੀਆਂ, ਗੁਰੂ ਸਾਹਿਬਾਨ ਜੀ ਦੀਆਂ ਜੀਵਨੀਆਂ ਸੁਣਾਈਏ। ਪੁਰਾਤਨ ਸਮਿਆਂ ਦੇ ਵਿੱਚ ਇਹ ਰੀਤ ਹੁੰਦੀ ਸੀ, ਸੌਣ ਲੱਗਿਆਂ ਸਾਰੇ ਪਰਿਵਾਰ ਨੇ ਇਕੱਠੇ ਬਹਿਣਾ, ਪਰਿਵਾਰ ਦੇ ਇੱਕ ਮੁਖੀਏ ਨੇ ਇਤਿਹਾਸ ਸੁਣਾਉਣਾ ਤੇ ਬਾਕੀ ਬੱਚਿਆਂ ਨੇ ਪਰਿਵਾਰ ਨੇ ਸੁਣਨਾ ਤੇ ਫਿਰ ਸੌਣਾ। ਸੋ ਰਹੋ ਵਿਚਾਰ ਉਸ ਮਹਾਨ ਸ਼ਹੀਦ ਭਾਈ ਤਾਰੂ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਤੇ ਉਹਨਾਂ ਦੀ ਸ਼ਹਾਦਤ ਨੂੰ, ਉਹਨਾਂ ਦੇ ਚਰਨਾਂ ਕਮਲਾਂ ਦੇ ਵਿੱਚ ਸਾਡੀ ਸਾਰਿਆਂ ਦੀ ਕੋਟਾਨ ਕੋਟ ਨਮਸਕਾਰ ਹੈ। ਆਓ ਜੋ ਹੁਣ ਅੰਮ੍ਰਿਤ ਵੇਲੇ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਅਸਥਾਨ ਤੋਂ ਸਾਨੂੰ ਸ੍ਰੀ ਮੁੱਖ ਵਾਕ ਸਾਹਿਬ ਜੀ ਦੀ ਦਾਤ ਪ੍ਰਾਪਤ ਹੋਈ ਹੈ, ਉਸ ਦੀ ਵਿਚਾਰ ਦੇ ਨਾਲ ਜੁੜਨਾ ਕਰੀਏ। ਇੱਕ ਵਾਰੀ ਸਮੂਹ ਸਾਧ ਸੰਗਤ ਮਨ ਚਿੱਤ ਬਿਰਤੀਆਂ ਨੂੰ ਇਕਾਗਰ ਕਰਕੇ ਪਿਆਰ ਨਾਲ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਨਾਸਰੀ ਮਹੱਲਾ ਪੰਜਵਾ। ਅੱਜ ਦਾ ਪਾਵਨ ਪਵਿੱਤਰ ਸ੍ਰੀ ਮੁੱਖ ਵਾਕ ਰਾਗ ਧਨਾਸਰੀ ਦੇ ਵਿੱਚ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਰਸਨਾ ਤੋਂ ਸਾਨੂੰ ਬਖਸ਼ਿਸ਼ ਹੋਇਆ ਹੈ। ਤ੍ਰਿਪਤ ਭਾਈ ਸੱਚ ਭੋਜਨ ਖਾਇਆ। ਸੰਗਤ ਜੀ, ਸਰੀਰ ਦੀ ਖੁਰਾਕ ਹੈ ਭੋਜਨ ਤੇ ਆਤਮਾ ਦੀ ਖੁਰਾਕ ਹੈ ਭਜਨ। ਜੇ ਸਰੀਰ ਦੀ ਖੁਰਾਕ ਭੋਜਨ ਇਸ ਨੂੰ ਨਾ ਮਿਲੇ, ਇਹ ਕਮਜ਼ੋਰ ਹੋ ਜਾਂਦਾ, ਨਿਰਬਲ ਹੋ ਜਾਂਦਾ ਤੇ ਰੋਗੀ ਹੋ ਜਾਂਦਾ। ਤੇ ਸਰੀਰ ਦੇ ਵਿੱਚ ਜੋ ਆਤਮਾ ਹੈ, ਜੇ ਆਤਮਾ ਨੂੰ ਭਜਨ ਦੀ ਖੁਰਾਕ ਨਾ ਮਿਲੇ ਤੇ ਸੱਚ ਜਾਣਿਓ ਇਹ ਆਤਮਾ ਵੀ ਨਿਰਬਲ ਹੋ ਜਾਂਦੀ ਹੈ। ਅੱਜ ਦੇ ਪਾਵਨ ਪਵਿੱਤਰ ਮੁੱਖ ਵਾਕ ਅੰਦਰ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਨਾ ਜੀ ਆਤਮਾ ਦੇ ਭੋਜਨ ਦੀ ਗੱਲ ਕੀਤੀ ਹੈ ਕਿ ਤ੍ਰਿਪਤ ਭਈ ਸੱਚ ਭੋਜਨ ਖਾਇਆ। ਜਦੋਂ ਜੀਵ ਦੀ ਬਿਰਤੀ ਦੁਨਿਆਵੀ ਰਸਾਂ ਕਸਾਂ ਭੋਗ ਪਦਾਰਥਾਂ ਦੇ ਵੱਲੋਂ ਰੱਜ ਗਈ, ਹਟ ਗਈ, ਤ੍ਰਿਪਤ ਹੋ ਗਈ ਤੇ ਸੱਚ ਭੋਜਨ ਖਾਇਆ, ਇਸ ਜੀਵ ਨੇ ਫਿਰ ਪਰਮੇਸ਼ਰ ਦੀ ਬੰਦਗੀ ਕਰਕੇ ਆਪਣੀ ਆਤਮਾ ਨੂੰ ਸੱਚੇ ਨਾਮ ਦਾ ਭੋਜਨ ਛਕਾਉਣਾ ਕੀਤਾ। ਮਨ ਤਨ ਰਸਨਾ ਨਾਮ ਧਿਆਇਆ। ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਤਮਾ ਨੂੰ ਭੋਜਨ ਛਕਾਉਣ ਦੀ ਵਿਧੀ ਵੀ ਸਾਨੂੰ ਦੱਸ ਰਹੇ ਹਨ ਕਿ ਸਰੀਰ ਨੂੰ ਆਪਾਂ ਭੋਜਨ ਕਿਵੇਂ ਛਕਾਉਣਾ। ਸਾਨੂੰ ਸਾਰਿਆਂ ਨੂੰ ਪਤਾ ਕਿ ਹੱਥਾਂ ਰਾਹੀਂ ਬੁਰਕੀ ਤੋੜਨੀ ਤੇ ਮੂੰਹ ਰਾਹੀਂ ਛਕ ਲੈਣੀ, ਪਰ ਆਤਮਾ ਦਾ ਜੋ ਭੋਜਨ ਹੈ ਨਾ ਭਜਨ, ਉਸ ਨੂੰ ਕਿਵੇਂ ਛਕਾਉਣਾ।
ਉਸ ਦੇ ਪ੍ਰਤੀ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਹੈ ਕਿ ਮਨ ਤਨ ਰਸਨਾ ਨਾਮ ਧਿਆਇਆ। ਤਨ ਕਰਕੇ ਧਿਆਨ ਰਾਹੀਂ ਪਰਮੇਸ਼ਰ ਦਾ ਵਾਹਿਗੁਰੂ, ਮਨ ਕਰਕੇ ਧਿਆਨ ਰਾਹੀਂ ਪਰਮੇਸ਼ਰ ਦਾ ਨਾਮ ਜਪਣਾ ਤੇ ਨਾਮ ਜਪਦਿਆਂ ਜਪਦਿਆਂ ਫਿਰ ਅਵਸਥਾ ਪ੍ਰਾਪਤ ਹੋ ਜਾਂਦੀ ਹੈ, ਜਿਸ ਦੀ ਬਾਬਤ ਸਤਿਗੁਰਾਂ ਨੇ ਜ਼ਿਕਰ ਕੀਤਾ ਕਿ ਗੁਰਮੁਖ ਰੋਮ ਰੋਮ ਹਰਿ ਧਿਆਵੇ। ਫਿਰ ਜਦੋਂ ਮਨ ਦੇ ਰਾਹੀਂ ਧਿਆਨ ਦੇ ਰਾਹੀਂ ਆਪਣੀ ਆਤਮਾ ਨੂੰ ਇਹ ਜੀਵ ਪਰਮੇਸ਼ਰ ਦੇ ਨਾਮ ਦਾ ਭੋਜਨ ਛਕਾਉਂਦਾ ਹੈ, ਜਦੋਂ ਅਵਸਥਾ ਉੱਚੀ ਹੋ ਜਾਂਦੀ ਹੈ, ਫਿਰ ਸਰੀਰ ਰੋਮ ਰੋਮ ਕਰਕੇ ਸੱਚੇ ਪਾਤਸ਼ਾਹ ਜੀ ਦਾ ਨਾਮ ਜਪਦਾ। ਫਿਰ ਤਨ ਦੇ ਰਾਹੀਂ ਇਸ ਆਤਮਾ ਨੂੰ ਭੋਜਨ ਛਕਾਉਣਾ ਤੇ ਰਸਨਾ ਦੇ ਨਾਲ ਪਰਮੇਸ਼ਰ ਦਾ ਨਾਮ ਜਪਣਾ ਧਿਆਉਣਾ। ਇਹ ਵਿਧੀ ਹੈ ਆਤਮਾ ਨੂੰ ਸੱਚੇ ਨਾਮ ਦੇ ਭੋਜਨ ਛਕਾਉਣ ਦੀ। ਜੀਵਨਾ ਹਰ ਜੀਵਨਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ ਕਿ ਇਸ ਮਾਤ ਲੋਕ ਤੇ ਆਣ ਕਰਕੇ ਸਫਲ ਜੀਵਨ ਸ੍ਰੇਸ਼ਟ ਜੀਵਨ ਕਿੰਨਾਂ ਦਾ ਹੈ, ਜੀਵਨਾ ਕਿੰਨਾਂ ਦਾ ਅਸਲੀ ਜੀਵਨ ਹੈ ਇਸ ਮਾਤ ਲੋਕ ਤੇ ਆਣ ਕਰਕੇ। ਫਿਰ ਉੱਤਰ ਦਿੰਦੇ ਹਨ ਹਰ ਜੀਵਨਾ, ਜਿਨ੍ਹਾਂ ਨੇ ਸਾਰਿਆਂ ਨੂੰ ਹਰਿਆਂ ਭਰਿਆਂ ਕਰਨ ਵਾਲੇ ਅਕਾਲ ਪੁਰਖ ਪਰਮੇਸ਼ਰ ਦੇ ਨਾਲ ਸਾਂਝ ਪਾਈ ਹੈ ਨਾ, ਅਸਲੀ ਜੀਵਨ ਉਹਨਾਂ ਦਾ ਹੀ ਹੈ। ਜੀਵਨ ਹਰ ਜਪ ਸਾਧ ਸੰਗ। ਤੇ ਇਸ ਜੀਵਨ ਦੇ ਵਿੱਚ ਆਣ ਕੇ ਜੋ ਸਭ ਤੋਂ ਸ੍ਰੇਸ਼ਟ ਕਰਮ ਹੈ, ਉੱਤਮ ਕਰਮ ਹੈ ਨਾ, ਜੋ ਸਭ ਤੋਂ ਵੱਧ ਲਾਭਦਾਇਕ ਹੈ, ਇਸ ਆਤਮਾ ਦਾ ਪ੍ਰਮਾਤਮਾ ਦੇ ਨਾਲ ਅਭੇਦ ਹੋਣ ਦਾ, ਉਹ ਹੈ ਗੁਰੂ ਦੀ ਹਜ਼ੂਰੀ ਦੇ ਵਿੱਚ ਆਣ ਕਰਕੇ ਸਤ ਸੰਗ ਕਰਨੀ। ਤੇ ਸਤ ਸੰਗ ਕਰਦਿਆਂ ਹੋਇਆਂ ਜਿੱਥੇ ਕੰਨਾਂ ਦੇ ਨਾਲ ਸੱਚੇ ਪਾਤਸ਼ਾਹ ਜੀ ਦੀ ਗੁਰਬਾਣੀ ਨਾਮ ਸ਼ਰਵਣ ਕਰਨਾ, ਉਥੇ ਰਸਨਾ ਦੇ ਨਾਲ ਜਪਣਾ। ਸੰਗਤ ਦੀ ਮਹਾਨਤਾ ਦੀ ਮੋਹਰ ਸੱਚੇ ਪਾਤਸ਼ਾਹ ਜੀ ਨੇ ਗੁਰਬਾਣੀ ਦੇ ਵਿੱਚ ਵੀ ਲਾਈ ਹੈ ਕਿ ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕੈ ਕਰਮਾ, ਕਹੋ ਨਾਨਕ ਤਿਸ ਭਇਓ ਪ੍ਰਾਪਤ, ਜਿਸ ਪੁਰਬ ਲਿਖੇ ਕਾ ਲੈਣਾ। ਇਸ ਲਈ ਸਤਿਗੁਰੂ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ ਕਿ ਇਸ ਮਾਤ ਲੋਕ ਤੇ ਆਣ ਕਰਕੇ ਮਨੁੱਖਾ ਜੀਵਨ ਪ੍ਰਾਪਤ ਕਰਕੇ ਜੋ ਸਭ ਤੋਂ ਸ੍ਰੇਸ਼ਟ ਕਰਮ ਉੱਤਮ ਕਰਮ ਹੈ, ਸੱਚੇ ਪਾਤਸ਼ਾਹ ਜੀ ਦੀ ਗੁਰੂ ਦੀ ਸੰਗਤ ਦੇ ਵਿੱਚ ਆਣ ਕਰਕੇ ਕੰਨਾਂ ਦੇ ਨਾਲ ਨਾਮ ਸ਼ਰਵਣ ਕਰਨਾ ਤੇ ਜੀਵ ਦੇ ਨਾਲ ਨਾਮ ਜਪਣਾ, ਇਹ ਕਰਮ ਕਰਨਾ ਚਾਹੀਦਾ ਹੈ। ਰਹਾਉ। ਵਿਸ਼ਰਾਮ ਦੇ ਕਰਕੇ ਸੱਚੇ ਪਾਤਸ਼ਾਹ ਜੀ ਅੱਗੇ ਬਖਸ਼ਿਸ਼ ਕਰਦੇ ਹਨ। ਅਨਕ ਪ੍ਰਕਾਰੀ ਬਸਤਰ ਉਟਾਏ। ਫਿਰ ਸੱਚੇ ਪਾਤਸ਼ਾਹ ਜੀ ਉਦਾਹਰਨ ਦਿੰਦੇ ਹਨ ਨਾ ਕਿ ਜਿਵੇਂ ਦੁਨਿਆਵੀ ਜੀਵ ਤਰ੍ਹਾਂ ਤਰ੍ਹਾਂ ਦੇ ਬਸਤਰ ਉਡਾਏ, ਭਾਂਤ ਭਾਂਤ ਦੇ ਕੱਪੜੇ ਪਹਿਨ ਕਰਕੇ ਪ੍ਰਸੰਨਤਾ ਹਾਸਲ ਕਰਦਾ ਹੈ ਨਾ, ਪਰ ਗੁਰੂ ਕੇ ਪਿਆਰੇ ਕਿਵੇਂ ਪ੍ਰਸੰਨਤਾ ਹਾਸਲ ਕਰਦੇ ਹਨ। ਆਨ ਦਿਨ ਕੀਰਤਨ ਹਰ ਗੁਣ ਗਾਏ। ਪਰ ਗੁਰੂ ਦੇ ਪਿਆਰ ਵਿੱਚ ਪ੍ਰੇਮ ਵਿੱਚ ਵਿਚਰਨ ਵਾਲੀਆਂ ਰੰਗ ਰਤੜੀਆਂ ਰੂਹਾਂ ਅਨ ਦਿਨ ਅਤੇ ਰਾਤ ਕੀਰਤਨ ਹਰੀ ਦੀ ਕੀਰਤੀ ਕਰਦਿਆਂ ਹੋਇਆਂ ਹਰ ਗੁਣ ਗਾਏ, ਉਸ ਪਰਮੇਸ਼ਰ ਦੇ ਗੁਣ ਗਾਉਂਦੇ ਰਹਿੰਦੇ ਹਨ। ਤੇ ਜਿਵੇਂ ਦੁਨਿਆਵੀ ਜੀਵ ਨੂੰ ਤਰ੍ਹਾਂ ਤਰ੍ਹਾਂ ਦੇ ਕੱਪੜੇ ਪਹਿਨਣ ਦੇ ਨਾਲ ਪ੍ਰਸੰਨਤਾ ਹਾਸਲ ਹੁੰਦੀ ਹੈ ਨਾ, ਇਸੇ ਹੀ ਤਰ੍ਹਾਂ ਪਰਮੇਸ਼ਰ ਦੇ ਪ੍ਰੇਮ ਦੇ ਵਿੱਚ ਭਿੱਜੀਆਂ ਹੋਈਆਂ ਰੂਹਾਂ ਜਦੋਂ ਦਿਨ ਰਾਤ ਸੱਚੇ ਪਾਤਸ਼ਾਹ ਜੀ ਦੀ ਕੀਰਤੀ ਕਰਦੀਆਂ ਹਨ, ਉਸ ਦੇ ਗੁਣ ਗਾਉਂਦੀਆਂ ਹਨ, ਮਨ ਉਹਨਾਂ ਨੂੰ
ਤਰ੍ਹਾਂ ਤਰ੍ਹਾਂ ਦੇ ਕੱਪੜੇ ਪਹਿਨਣ ਜਿੰਨੀ ਪ੍ਰਸੰਨਤਾ ਹਾਸਲ ਹੁੰਦੀ ਹੈ। ਹਸਤੀ ਰਥ ਅਸ ਅਸਵਾਰੀ ਦੁਨਿਆਵੀ ਜੀਵਾਂ ਨੂੰ ਜਿਵੇਂ ਹਾਥੀ ਦੀ ਤੇ ਰਾਥ ਦੀ ਤੇ ਘੋੜੇ ਦੀ ਅਸਵਾਰੀ ਕਰਕੇ ਪ੍ਰਸੰਨਤਾ ਹਾਸਲ ਹੁੰਦੀ ਹੈ। ਹਰ ਕਾ ਮਾਰਗ ਹਿਰਦੈ ਨਿਹਾਰੀ ਪਰਮੇਸ਼ਰ ਦੇ ਪ੍ਰੇਮ ਦੇ ਵਿੱਚ ਭਿੱਜੀਆਂ ਹੋਈਆਂ ਰੂਹਾਂ ਦਿਨ ਰਾਤ ਹਿਰਦੇ ਦੇ ਤਲ ਤੇ ਪਰਮੇਸ਼ਰ ਦਾ ਮਾਰਗ ਹੀ ਵੇਂਦੀਆਂ ਰਹਿੰਦੀਆਂ ਹਨ। ਭਾਵ ਕਿ ਉਹਨਾਂ ਦੇ ਹਿਰਦੇ ਦੇ ਵਿੱਚ ਸਦੀਵ ਕਾਲ ਇਹੋ ਹੀ ਤੜਪ ਲੈਂਦੀ ਲੱਗੀ ਰਹਿੰਦੀ ਹੈ ਕਿ ਪਰਮੇਸ਼ਰ ਦੀ ਬੰਦਗੀ ਵੱਧ ਤੋਂ ਵੱਧ ਕਰੀਏ ਤੇ ਉਹ ਹਿਰਦੇ ਦੇ ਵਿੱਚ ਆਣ ਕਰਕੇ ਪ੍ਰਗਟ ਹੋ ਜਾਵੇ। ਇਸੇ ਤਰ੍ਹਾਂ ਰੰਗ ਰਤੜੀਆਂ ਰੂਹਾਂ ਨੂੰ ਜਿੰਨੀ ਪ੍ਰਸੰਨਤਾ ਪਰਮੇਸ਼ਰ ਦੇ ਮਾਰਗ ਵੇਖਣ ਦੇ ਵਿੱਚ ਹਿਰਦੇ ਦੇ ਤਲ ਤੇ ਪ੍ਰਸੰਨਤਾ ਹਾਸਲ ਹੁੰਦੀ ਹੈ, ਜਿਵੇਂ ਦੁਨਿਆਵੀ ਜੀਵਾਂ ਨੂੰ ਹਾਥੀ ਘੋੜਿਆਂ ਰਥਾਂ ਦੀ ਅਸਵਾਰੀ ਕਰਨ ਦੀ ਪ੍ਰਸੰਨਤਾ ਹਾਸਲ ਹੁੰਦੀ ਹੈ, ਉਵੇਂ ਹੀ ਪਰਮੇਸ਼ਰ ਦੇ ਪਿਆਰਿਆਂ ਨੂੰ ਪਰਮੇਸ਼ਰ ਦੀ ਬੰਦਗੀ ਕਰਕੇ ਹੁੰਦੀ ਹੈ। ਮਨ ਤਨ ਅੰਤਰ ਚਰਨ ਧਿਆਇਆ ਇਸ ਸਰੀਰ ਦੇ ਅੰਦਰ ਤਨ ਦੇ ਅੰਦਰ ਜੋ ਮਨ ਹੈ, ਮਨ ਨੂੰ ਜੋੜ ਕੇ ਜਿਨ੍ਹਾਂ ਗੁਰਮੁਖਾਂ ਪਿਆਰਿਆਂ ਨੇ ਚਰਨ ਧਿਆਇਆ, ਪਰਿਪੂਰਨ ਪਰਮਾਤਮਾ ਦਾ ਚਰਨ ਤੋਂ ਭਾਵ ਨਾਮ ਜਪਣਾ ਕੀਤਾ। ਹਰ ਸੁਖ ਨਿਦਾਨ ਨਾਨਕ ਦਾਸ ਪਾਇਆ। ਹਰ ਸੁਖ ਨਿਦਾਨ ਉਹ ਪਰਿਪੂਰਨ ਪਰਮਾਤਮਾ ਜੋ ਸਾਰਿਆਂ ਨੂੰ ਹਰਿਆਂ ਭਰਿਆਂ ਕਰਨ ਵਾਲਾ ਤੇ ਸਾਰੇ ਹੀ ਸੁੱਖਾਂ ਦਾ ਨਿਧਾਨ ਖਜ਼ਾਨਾ ਹੈ, ਜੋ ਲੋਕ ਪਰਲੋਕ ਦੇ ਖਜ਼ਾਨਿਆਂ ਦਾ ਮਾਲਕ ਹੈ, ਨਾਨਕ ਦਾਸ ਪਾਇਆ। ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ, ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਨਾਮ ਦੀ ਮੋਹਰ ਛਾਪ ਲਾ ਕਰਕੇ ਕਹਿੰਦੇ ਹਨ ਕਿ ਜਿਨ੍ਹਾਂ ਨੇ ਬੰਦਗੀ ਕੀਤੀ ਉਹਨਾਂ ਨੇ ਉਸ ਅਕਾਲ ਪੁਰਖ ਪਰਿਪੂਰਨ ਪਰਮਾਤਮਾ ਦੀ ਪ੍ਰਾਪਤੀ ਕਰ ਲਈ, ਉਸ ਨੂੰ ਪਾ ਲਿਆ। ਸੰਗਤ ਜੀ ਆਓ ਹੁਣ ਜੋ ਸੰਗਰਾਂਦ ਦੇ ਦਿਹਾੜੇ ਦਾ ਫਲਾਦੇਸ਼ ਸਾਨੂੰ ਉਪਦੇਸ਼ ਪ੍ਰਾਪਤ ਹੋਇਆ, ਉਸ ਦੀ ਵਿਚਾਰ ਨਾਲ ਜੁੜਨਾ ਕਰੀਏ। ਸਾਵਣ ਸਰਸੀ ਕਾਮਣੀ। ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ ਕਿ ਸਾਵਣ ਸਰਸੀ ਕਾਮਣੀ, ਸਾਲ ਦੇ ਵਿੱਚ ਜਿੱਥੇ 12 ਮਹੀਨੇ ਹੁੰਦੇ ਹਨ, ਸੂਰਜ ਇੱਕ ਰਾਸ਼ੀ ਦੇ ਵਿੱਚੋਂ ਜਦੋਂ ਦੂਸਰੀ ਰਾਸ਼ੀ ਦੇ ਵਿੱਚ ਪ੍ਰਵੇਸ਼ ਕਰਦਾ, ਮੌਸਮ ਦੇ ਵਿੱਚ ਤਬਦੀਲੀ ਆਉਂਦੀ ਹੈ, ਉਸ ਨੂੰ ਸੰਗਰਾਂਦ ਕਹਿੰਦੇ ਹਨ। 12 ਸੰਗਰਾਂਦਾਂ ਹੁੰਦੀਆਂ ਹਨ ਤੇ 6 ਰੁੱਤਾਂ ਹੁੰਦੀਆਂ ਹਨ ਸਾਲ ਦੇ ਵਿੱਚ। 2 ਮਹੀਨਿਆਂ ਦੀ ਇੱਕ ਰੁੱਤ ਹੁੰਦੀ ਹੈ। ਜੇਠ ਅਤੇ ਹਾੜ ਦਾ ਮਹੀਨਾ ਜੋ ਗਰਮੀ ਦੀ ਰੁੱਤ ਦਾ, ਤੇ ਸਾਵਣ ਅਤੇ ਭਾਦਰੋਂ ਦਾ ਮਹੀਨਾ ਜੋ ਵਰਖਾ ਰੁੱਤ ਦੇ ਮਹੀਨੇ ਹਨ। ਬਹੁਤ ਜ਼ਿਆਦਾ ਗਰਮੀ ਪੈਣ ਤੋਂ ਉਪਰੰਤ ਜਦੋਂ ਸਾਵਣ ਦੇ ਮਹੀਨੇ ਦੀ ਪ੍ਰਾਰੰਭਤਾ ਹੁੰਦੀ ਹੈ, ਮੀਂਹ ਵਰਖਾ ਸ਼ੁਰੂ ਹੋ ਜਾਂਦੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਵੀ ਜ਼ਿਕਰ ਕੀਤਾ ਕਿ ਮੀਂਹ ਪਾਇਆ ਪਰਮੇਸ਼ਰ ਪਾਇਆ, ਜੀ ਜੰਤ ਸਭ ਸੁਖੀ ਵਸਾਇਆ। ਸੱਚੇ ਪਾਤਸ਼ਾਹ ਜੀ ਜ਼ਿਕਰ ਕਰਦੇ ਹਨ ਕਿ ਜਿਵੇਂ ਸਾਵਣ ਦੇ ਮਹੀਨੇ ਦੇ ਵਿੱਚ ਵਰਖਾ ਪੈਣ ਦੇ ਨਾਲ ਜੋ ਕੁਮਲਾ ਚੁੱਕੀ ਬਨਸਪਤੀ ਹੁੰਦੀ ਹੈ ਨਾ, ਇਹ ਜੰਗਲ ਬੇਲੇ ਜੀਵ ਜੰਤੂ ਉਹ ਸਾਰੇ ਹੀ ਮੌਲ ਪੈਂਦੇ ਹਨ, ਖੇੜ ਉੱਠਦੇ ਹਨ। ਇਹ ਸਾਰੀ ਬਨਸਪਤੀ ਜਿਵੇਂ ਮੀਂਹ ਪੈਣ ਦੇ ਨਾਲ ਵਰਖਾ ਰੁੱਤ ਦੇ ਆਉਣ ਦੇ ਨਾਲ ਹਰੀ ਭਰੀ ਹੋ ਜਾਂਦੀ ਹੈ ਨਾ, ਇਵੇਂ ਹੀ ਸਾਵਣ ਦੇ ਮਹੀਨੇ ਦਾ ਉਪਦੇਸ਼ ਦਿੰਦੇ ਹੋਏ ਸਤਿਗੁਰੂ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ ਕਿ ਇਹ ਸਾਵਣ ਦਾ ਮਹੀਨਾ ਜੋ ਮਨੁੱਖਾ ਸਰੀਰ ਹੈ ਤੇ ਇਸ ਦੇ ਵਿੱਚ ਵਸਣ ਵਾਲੀ ਕਾਮਣੀ ਕਹੀਏ ਜੀਵ ਆਤਮਾ, ਉਹ ਸ੍ਰੇਸ਼ਟ ਰਸ ਦੇ ਸਹਿਤ ਹੋ ਜਾਂਦੀ ਹੈ, ਆਨੰਦ ਦੇ ਸੰਯੁਕਤ ਹੋ ਜਾਂਦੀ ਹੈ। ਪਰ ਕਦੋਂ ਹੁੰਦੀ ਹੈ, ਇਸ ਦਾ ਜ਼ਿਕਰ ਸੱਚੇ ਪਾਤਸ਼ਾਹ ਜੀ ਅੱਗੇ ਕਰਦੇ ਹਨ। ਚਰਨ ਕਮਲ ਸਿਉ ਪਿਆਰ। ਜਦੋਂ ਇਸ ਜੀਵ ਦਾ ਅਕਾਲ ਪੁਰਖ ਪਰਿਪੂਰਨ ਪਰਮਾਤਮਾ ਦੇ ਨਾਮ ਰੂਪੀ
ਬਾਣੀ ਰੂਪੀ ਚਰਣਾ ਕਮਲਾਂ ਦੇ ਨਾਲ ਪਿਆਰ ਪੈ ਜਾਂਦਾ ਹੈ ਨਾ, ਤਦੋਂ ਇਹ ਜੀਵ ਆਤਮਾ ਸ੍ਰੇਸ਼ਟ ਰਸ ਦੇ ਸਹਿਤ ਆਨੰਦ ਦੇ ਸੰਜੋਗਤ ਹੋ ਜਾਂਦੀ ਹੈ। ਮਨ ਤਨ ਰਤਾ ਸਚ ਰੰਗ, ਤੇ ਜਦੋਂ ਇਹ ਜੀਵ ਪਰਿਪੂਰਨ ਪਰਮਾਤਮਾ ਦੇ ਚਰਣਾ ਕਮਲਾਂ ਦੇ ਨਾਲ ਜੁੜ ਜਾਂਦਾ, ਨਾਮ ਦੇ ਨਾਲ ਜੁੜ ਜਾਂਦਾ, ਬਾਣੀ ਦੇ ਨਾਲ ਜੁੜ ਜਾਂਦਾ, ਫਿਰ ਇਸ ਜੀਵ ਦਾ ਮਨ ਜਦੋਂ ਵਿਕਾਰਾਂ ਵੱਲੋਂ ਹਟ ਜਾਂਦਾ ਤੇ ਫਿਰ ਇਸ ਜੀਵ ਦੇ ਮਨ ਅਤੇ ਤਨ ਉੱਪਰ ਪਰਮੇਸ਼ਰ ਦਾ ਜੋ ਸੱਚਾ ਰੰਗ ਹੈ ਨਾ ਨਾਮ ਦਾ, ਉਹ ਚੜ ਜਾਂਦਾ ਹੈ। ਇੱਕੋ ਨਾਮ ਆਧਾਰ, ਪਰ ਇਸ ਦੇ ਵਾਸਤੇ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜ਼ਿਕਰ ਕੀਤਾ ਕਿ ਇੱਕ ਸ਼ਰਤ ਹੈ। ਨਾਮ ਦਾ ਰੰਗ ਮਨ ਅਤੇ ਤਨ ਦੇ ਉੱਪਰ ਤਦੋਂ ਚੜਦਾ, ਇਸ ਜੀਵ ਆਤਮਾ ਦਾ ਹਿਰਦਾ ਸ੍ਰੇਸ਼ਟ ਰਸ ਅਤੇ ਆਨੰਦ ਦੇ ਸੰਯੋਗਤ ਤਦੋਂ ਹੁੰਦਾ ਜਦੋਂ ਇਸ ਨੂੰ ਕੇਵਲ ਤੇ ਕੇਵਲ ਪਰਮੇਸ਼ਰ ਦੇ ਨਾਮ ਦਾ ਹੀ ਆਸਰਾ ਹੁੰਦਾ ਹੈ। ਮਾਨੁਖ ਕੀ ਟੇਕ ਬਿਰਥੀ ਸਭ ਜਾਨ, ਦੇਵਨ ਕਉ ਏਕੋ ਭਗਵਾਨ। ਇਹ ਨਹੀਂ ਕਿ ਗੁਰਦੁਆਰੇ ਵੀ ਆਏ ਤੇ ਗੁਰਦੁਆਰੇ ਜਾਂਦਿਆਂ ਹੋਇਆਂ ਸ਼ਨੀ ਦੇਵਤੇ ਨੂੰ ਤੇਲ ਵੀ ਚੜਾ ਦਿੱਤਾ, ਰਸਤੇ ਦੇ ਵਿੱਚ ਪੀਰ ਬਾਬੇ ਦੀ ਦਰਗਾਹ ਆਈ ਤੇ ਹਰੀ ਚਾਦਰ ਵੀ ਚੜਾ ਦਿੱਤੀ, ਧਾਗੇ ਤਵੀਤਾ ਵਾਲਾ ਬਾਬਾ ਮਿਲਿਆ ਤੇ ਕਾਲਾ ਧਾਗਾ ਵੀ ਉਸ ਕੋਲੋਂ ਲੈ ਕੇ ਗੁੱਟ ਤੇ ਬੰਨ੍ਹ ਲਿਆ। ਸੱਚੇ ਪਾਤਸ਼ਾਹ ਕਹਿੰਦੇ ਨਹੀਂ, ਜਿਨ੍ਹਾਂ ਜੀਵਾਂ ਨੂੰ ਕੇਵਲ ਤੇ ਕੇਵਲ ਪਰਮੇਸ਼ਰ ਦੇ ਨਾਮ ਦਾ ਹੀ ਆਧਾਰ ਭਾਵ ਆਸਰਾ ਹੁੰਦਾ ਹੈ ਨਾ, ਉਹਨਾਂ ਦੇ ਮਨ ਅਤੇ ਤਨ ਦੇ ਉੱਪਰ ਪਰਮੇਸ਼ਰ ਦੇ ਸੱਚੇ ਨਾਮ ਦਾ ਰੰਗ ਚੜ ਜਾਂਦਾ ਹੈ। ਵਿਖਿਆ ਰੰਗ ਕੁੜਾਵਿਆ, ਵਿਖਿਆ ਦੇ ਦੋ ਅਰਥ ਕੀਤੇ ਹਨ ਵਿਦਵਾਨਾਂ ਨੇ। ਵਿਖਿਆ ਤੋਂ ਭਾਵ ਪੰਜ ਵਿਸ਼ੇ, ਸ਼ਬਦ ਸਪਰਸ ਰੂਪ ਰਸ ਗੰਧ, ਇਹਨਾਂ ਦਾ ਭੋਗ ਰੰਗ ਕਹੀਏ ਕੁੜਾਵਿਆ ਝੂਠਾ ਹੈ। ਤੇ ਵਿਖਿਆ ਤੋਂ ਭਾਵ ਜ਼ਹਿਰ ਤੇ ਜ਼ਹਿਰ ਤੋਂ ਭਾਵ ਮਾਇਆ। ਇਸ ਮਾਇਆ ਕੀ ਸੋਭਾ ਚਾਰ ਦਿਹਾੜੇ ਜਾਂਦੀ ਬਿਲਮ ਨ ਹੋਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ ਕਿ ਪੰਜਾਂ ਵਿਸ਼ਿਆਂ ਦੇ ਭੋਗ ਦਾ ਰੰਗ ਤੇ ਮਾਇਆ ਦੇ ਤਰ੍ਹਾਂ ਤਰ੍ਹਾਂ ਦੇ ਕੌਤਕਾਂ ਦਾ ਰੰਗ ਕੁੜਾਵਿਆ ਕਹੀਏ ਝੂਠਾ ਹੈ। ਦਿਸਨ ਸਭੇ ਸ਼ਾਰ, ਇਹਨਾਂ ਪੰਜਾਂ ਵਿਸ਼ਿਆਂ ਤੋਂ ਇਲਾਵਾ ਤੇ ਮਾਇਆ ਦੇ ਰੰਗਾਂ ਤੋਂ ਇਲਾਵਾ ਦਿਸਨ ਸਭੇ, ਜੋ ਵੀ ਧਨ ਪਦਾਰਥ ਸੰਪਦਾ ਇਸ ਮਾਤ ਲੋਕ ਤੇ ਦਿਖਾਈ ਦਿੰਦੀ ਹੈ ਨਾ, ਸਭੇ ਸ਼ਾਰ, ਉਹ ਸਭ ਸ਼ਾਰ ਕਹੀਏ ਸਵਾਦ ਹੀ ਨਿਆਈ ਹਨ, ਨਾਸਵੰਤ ਹਨ, ਅੰਤ ਸਮੇਂ ਕੋਈ ਵੀ ਨਾਲ ਨਹੀਂ ਚੱਲਦਾ। ਹਰਿ ਅੰਮ੍ਰਿਤ ਬੂੰਦ ਸੁਹਾਵਣੀ, ਹਰਿਆਂ ਭਰਿਆਂ ਕਰਨ ਵਾਲੇ ਸਾਰਿਆਂ ਨੂੰ ਅਕਾਲ ਪੁਰਖ ਪਰਿਪੂਰਨ ਪਰਮਾਤਮਾ ਦਾ ਨਾਮ ਤੇ ਉਸ ਦੇ ਨਾਮ ਦੀ ਜੋ ਅੰਮ੍ਰਿਤ ਬੂੰਦ, ਅੰਮ੍ਰਿਤ ਮ੍ਰਿਤੂ ਤੋਂ ਰਹਿਤ ਕਰ ਦੇਣ ਵਾਲੀ, ਜੰਮਣ ਮਰਨ ਦੇ ਗੇੜ ਕੱਟ ਦੇਣ ਵਾਲੀ ਜੋ ਨਾਮ ਦੀ ਅੰਮ੍ਰਿਤ ਬੂੰਦ ਹੈ, ਉਹ ਬੜੀ ਸੋਭਨੀਕ ਹੈ, ਪਰ ਪ੍ਰਾਪਤ ਕਿੱਥੋਂ ਹੁੰਦੀ ਹੈ? ਮਿਲ ਸਾਧੂ ਪੀਵਣ ਹਾਰ, ਉਸ ਦੀ ਪ੍ਰਾਪਤੀ ਦਾ ਸਾਧਨ ਕੇਵਲ ਤੇ ਕੇਵਲ ਮਿਲ ਸਾਧੂ। ਸਾਧੂ ਤੋਂ ਭਾਵ ਗੁਰੂ। ਗੁਰੂ ਵਾਲੇ ਬਣ ਕੇ, ਗੁਰੂ ਦੇ ਦੱਸੇ ਹੋਏ ਉਪਦੇਸ਼ ਤੇ ਚੱਲ ਕੇ, ਗੁਰੂ ਦੇ ਉਪਦੇਸ਼ ਦੀ ਕਮਾਈ ਕਰਕੇ ਉਸ ਪਰਿਪੂਰਨ ਪਰਮਾਤਮਾ ਦੇ ਜੋ ਨਾਮ ਦੀ ਅੰਮ੍ਰਿਤ ਬੂੰਦ ਹੈ, ਉਸ ਨੂੰ ਪੀਵਣ ਜੋਗੇ ਹੋ ਜਾਈਦਾ ਹੈ। ਵਣ ਤੇਣ ਪ੍ਰਭ ਸੰਗ ਮੌਲਿਆ, ਫਿਰ ਜਿਹੜੇ ਜੀਵ ਪਰਿਪੂਰਨ ਪਰਮਾਤਮਾ ਦੇ ਗੁਰੂ ਨੂੰ ਮਿਲ ਕੇ ਪਰਮੇਸ਼ਰ ਦੇ ਨਾਮ ਦੀ ਅੰਮ੍ਰਿਤ ਬੂੰਦ ਨੂੰ ਪੀ ਲੈਂਦੇ ਹਨ ਨਾ, ਉਹਨਾਂ ਨੂੰ ਫਿਰ ਇਹ ਪਤਾ ਲੱਗ ਜਾਂਦਾ ਕਿ ਵਣ ਕਹੀਏ ਜੰਗਲ ਤੇ ਤਿਣ ਕਹੀਏ ਘਾਹ ਇਤਿਆਦਿਕ, ਇਹ ਜੋ ਸਮੁੱਚੀ ਬਨਸਪਤੀ ਹਰੀ ਭਰੀ ਦਿਖਾਈ ਦੇ ਰਹੀ ਹੈ ਨਾ, ਉਹਨਾਂ ਦੇ ਇਸ ਸਮੁੱਚੀ ਬਨਸਪਤੀ ਦੇ ਵਿੱਚ ਪਰਮੇਸ਼ਰ ਦੀ ਜੋਤ ਹੈ, ਤਾਂ ਹੀ ਇਹ ਮੌਲੀ ਹੋਈ ਹੈ, ਤਾਂ ਹੀ ਇਹ ਹਰੀ ਭਰੀ ਦਿਖਾਈ ਦਿੰਦੀ ਹੈ। ਤੇ ਵਣ ਤੋਂ ਭਾਵ ਮਨੁੱਖਾ ਸਰੀਰ
ਤੇ ਤਿੰਨ ਤੋਂ ਭਾਵ ਗਿਆਨ ਇੰਦਰੇ ਅਤੇ ਕਰਮ ਇੰਦਰੇ। ਇਹ ਵੀ ਤਾਂ ਹੀ ਮੌਲਦੇ ਹਨ ਮਨੁੱਖਾ ਸਰੀਰ, ਗਿਆਨ ਇੰਦਰੇ, ਕਰਮ ਇੰਦਰੇ, ਜਦੋਂ ਇਹ ਜੀਵ ਗੁਰੂ ਵਾਲਾ ਬਣ ਕੇ ਗੁਰੂ ਦੇ ਉਪਦੇਸ਼ ਦੀ ਕਮਾਈ ਕਰਦਾ ਹੈ, ਹਿਰਦੇ ਦੇ ਵਿੱਚ ਨਾਮ ਵਸ ਜਾਂਦਾ ਹੈ। ਸਮਰੱਥ ਪੁਰਖ ਅਪਾਰ, ਉਹ ਪਰਿਪੂਰਨ ਪ੍ਰਮਾਤਮਾ ਪਰਮੇਸ਼ਰ ਪਿਤਾ ਜੋ ਸਮਰੱਥ ਹੈ, ਸਰਬ ਕਲਾ ਸਮਰੱਥ ਹੈ, ਪੁਰਖ ਜੋ ਜਰਰੇ ਜਰਰੇ ਦੇ ਵਿੱਚ ਸਮਾਇਆ ਹੋਇਆ, ਪੂਰਿਆ ਹੋਇਆ ਹੈ, ਤੇ ਅਪਾਰ ਜੋ ਪਾਰਾਵਾਰ ਤੋਂ ਰਹਿਤ ਹੈ, ਜਿਸ ਦਾ ਕੋਈ ਪਾਰਾਵਾਰ ਨਹੀਂ ਪਾ ਸਕਦਾ। ਹਰ ਮਿਲਣੈ ਨੋ ਮਨ ਲੋਚਦਾ, ਬਹੁਤ ਜਨਮ ਬਿਸ਼ਰੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ, ਕਹਿ ਰਵਿਦਾਸ ਆਸ ਲਗ ਜੀਵੋਂ, ਚਿਰ ਭਇਓ ਦਰਸ਼ਨ ਦੇਖੇ। ਸੱਚੇ ਪਾਤਸ਼ਾਹ ਤੂੰ ਮਿਹਰ ਕੀਤੀ, ਸਾਨੂੰ ਮਨੁੱਖਾ ਜਨਮ ਬਖਸ਼ਿਸ਼ ਕੀਤਾ, ਤੇ ਪਤਾ ਨਹੀਂ ਕਿੰਨੀਆਂ ਕੁ ਜੂਨਾਂ ਪਾਉਣ ਤੋਂ ਬਾਅਦ ਸਾਨੂੰ ਇਹ ਮਨੁੱਖਾ ਜਨਮ ਤੋਂ ਤਰੁੱਠ ਕਰਕੇ ਬਖਸ਼ਿਸ਼ ਕੀਤਾ। ਇਸ ਕਰਕੇ ਸਤਿਗੁਰੂ ਕਿਰਪਾ ਕਰ, ਆਪ ਜੀ ਦੀ ਪ੍ਰਾਪਤੀ ਵਾਸਤੇ, ਆਪ ਜੀ ਨੂੰ ਮਿਲਣ ਵਾਸਤੇ ਸਾਡਾ ਮਨ ਬਹੁਤ ਚਾਹੁੰਦਾ ਹੈ। ਕਰਮ ਮਿਲਾਵਣ ਹਾਰ, ਪਰ ਕੀਤਾ ਕੀ ਜਾਵੇ ਸਾਡੇ ਜੀਵਾਂ ਦੇ ਕੀਤੇ ਹੋਏ ਸ਼ੁਭ ਕਰਮ, ਭਾਉ ਭਗਤੀ ਸਿਮਰਨ ਸੇਵਾ, ਇਹ ਹੀ ਪ੍ਰਮਾਤਮਾ ਦੇ ਨਾਲ ਮਿਲਾਵਣ ਹਾਰ ਹਨ। ਅਥਵਾ ਗੁਰੂ ਦੀ ਮਿਹਰ, ਗੁਰੂ ਦੀ ਨਦਰ, ਗੁਰੂ ਦੀ ਬਖਸ਼ਿਸ਼, ਉਹੀ ਜਦੋਂ ਪ੍ਰਾਪਤ ਹੁੰਦੀ ਹੈ ਨਾ, ਉਸ ਪਰਿਪੂਰਨ ਪ੍ਰਮਾਤਮਾ ਦੇ ਨਾਲ ਅਭੇਦਤਾ ਮਿਲਦੀ ਹੈ। ਜਿਨੀ ਸਖੀਏ ਪ੍ਰਭ ਪਾਇਆ, ਜਿਨ੍ਹਾਂ ਰੰਗ ਰਤੜੀਆਂ ਰੂਹਾਂ ਸਖੀਆਂ ਸੁਹਾਗਣਾ, ਸੰਤਾਂ ਮਹਾਂਪੁਰਖਾਂ ਜਗਿਆਸੂਆਂ ਨੇ ਪਰਿਪੂਰਨ ਪਰਮਾਤਮਾ ਦੀ ਪ੍ਰਾਪਤੀ ਕਰ ਲਈ ਹੈ। ਹਉ ਤਿਨ ਕੈ ਸਦ ਬਲਿਹਾਰ, ਅਸੀਂ ਉਹਨਾਂ ਤੋਂ ਸਦੀਵ ਕਾਲ ਵਾਰ ਨੇ, ਬਲਹਾਰ ਨੇ ਜਾਂਦੇ ਹਾਂ, ਅਥਵਾ ਸਦ ਬਲਹਾਰ, ਸੈਂਕੜੇ ਵਾਰ ਵਾਰ ਨੇ, ਬਲਹਾਰ ਨੇ ਜਾਣਾ ਕਰੀਐ। ਨਾਨਕ ਹਰ ਜੀ ਮਾਇਆ ਕਰ, ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਨਾਮ ਦੀ ਮੋਹਰ ਛਾਪ ਲਾ ਕਰਕੇ ਨਾ, ਤੇ ਦਇਆ ਦੇ ਘਰ ਦੇ ਵਿੱਚ ਆ ਕਰਕੇ ਨਾ, ਸਾਨੂੰ ਜੀਵਾਂ ਨੂੰ ਸਮਝਾਉਂਦੇ ਹਨ ਕਿ ਜੇ ਤੁਸੀਂ ਬੰਦਗੀ ਵੀ ਕਰਦੇ ਹੋ, ਗੁਰੂ ਵਾਲੇ ਵੀ ਬਣ ਗਏ ਹੋ, ਗੁਰੂ ਦੇ ਦੱਸੇ ਉਪਦੇਸ਼ ਦੀ ਕਮਾਈ ਵੀ ਕਰਦੇ ਹੋ, ਆਪਣੇ ਧਰਮ ਦੇ ਕੀਤੇ ਹੋਏ ਕਰਮਾਂ ਤੇ ਹੰਕਾਰ ਨਾ ਕਰ ਲੈ ਬਹਿਣਾ। ਉਸ ਪਰਿਪੂਰਨ ਪਰਮਾਤਮਾ ਦੇ ਚਰਨਾਂ ਕਮਲਾਂ ਦੇ ਵਿੱਚ, ਗੁਰੂ ਦੇ ਚਰਨਾਂ ਕਮਲਾਂ ਦੇ ਵਿੱਚ ਨਿਤਾ ਪ੍ਰਤੀ ਇਸ ਤਰ੍ਹਾਂ ਤਰਲੇ ਲੈਣੇ, ਅਰਦਾਸ ਕਰਨੀ ਕਿ ਹੇ ਅਕਾਲ ਪੁਰਖ ਪਰਮੇਸ਼ਰ ਪਿਤਾ ਜੀ, ਸਾਡੇ ਉੱਪਰ ਕਿਰਪਾ ਕਰ ਦੇਵੋ। ਸ਼ਬਦ ਸਵਾਰਨ ਹਾਰ, ਆਪ ਜੀ ਦਾ ਜੋ ਸ਼ਬਦ ਹੈ, ਜੋ ਆਪ ਜੀ ਦਾ ਜੋ ਨਾਮ ਹੈ, ਸਾਡੇ ਜੀਵਨਾਂ ਨੂੰ ਜੋ ਸਵਾਰਨ ਹਾਰਾ ਹੈ, ਉਸ ਦੀ ਜੇਕਰ ਤਰੁੱਠ ਕਰਕੇ ਤੁਸੀਂ ਬਖਸ਼ਿਸ਼ ਕੀਤੀ ਹੈ, ਅਸੀਂ ਕਮਾਈ ਕਰ ਰਹੇ ਹਾਂ, ਪਰ ਆਪ ਜੀ ਮਾਇਆ ਕਰਨੀ, ਕਿਰਪਾ ਮਿਹਰਾਮਤ ਕਰਨੀ, ਸਾਡਾ ਜੀਵਨ ਸਵਰ ਜਾਵੇ। ਸਾਵਣ ਤਿਨਾ ਸੁਹਾਗਣੀ, ਇਹ ਸਾਵਣ ਦਾ ਮਹੀਨਾ ਜੋ ਮਨੁੱਖਾ ਸਰੀਰ ਹੈ, ਇਹ ਜੋ ਮਨੁੱਖਾ ਸਰੀਰ ਸਾਵਣ ਦੇ ਮਹੀਨੇ ਦੀ ਨਿਆਈ ਹੈ ਨਾ, ਉਹਨਾਂ ਸਤਿਪੁਰਖਾਂ ਜਗਿਆਸੂਆਂ ਦਾ ਸੋਭਵੰਤ ਹੈ। ਜਿਨ ਰਾਮ ਨਾਮ ਉਰਹਾਰ, ਜਿਨ੍ਹਾਂ ਨੇ ਪਰਿਪੂਰਨ ਪਰਮਾਤਮਾ ਦੇ ਨਾਮ ਦਾ ਹਾਰ ਹਿਰਦੇ ਰੂਪੀ ਗਲ ਦੇ ਵਿੱਚ ਪਾ ਲਿਆ, ਭਾਵ ਕਿ ਜੋ ਸਦੀਵ ਕਾਲ ਪਰਿਪੂਰਨ ਪਰਮਾਤਮਾ ਦਾ ਨਾਮ ਜਪਦੇ ਰਹਿੰਦੇ ਹਨ, ਜਿਨ੍ਹਾਂ ਦੇ ਗਲੇ ਦੇ ਵਿੱਚ ਕੇਵਲ ਤੇ ਕੇਵਲ ਹੋਰ ਫਜ਼ੂਲ ਗੱਲਾਂ ਨਹੀਂ ਹੁੰਦੀਆਂ, ਮੁਖ ਤੋਂ ਕੇਵਲ ਤੇ ਕੇਵਲ ਪਰਮੇਸ਼ਰ ਦਾ ਹੀ ਨਾਮ ਉਚਰਦੇ ਰਹਿੰਦੇ ਹਨ,
ਇਹ ਮਨੁੱਖਾ ਸਰੀਰ ਜੋ ਸਾਵਣ ਦੇ ਮਹੀਨੇ ਦੀ ਨਿਆਈ ਹੈ ਨਾ, ਉਹਨਾਂ ਦਾ ਹੀ ਸ਼ੋਭਨੀਕ ਹੈ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਕਿਰਪਾ ਕਰਨ। ਅੱਜ ਦੇ ਇਹਨਾਂ ਮੁੱਖ ਵਾਕਾਂ ਦਾ ਭਾਵ ਅਤੇ ਜੋ ਸ਼ਹੀਦ ਭਾਈ ਤਾਰੂ ਸਿੰਘ ਜੀ ਦਾ ਇਤਿਹਾਸ ਆਪਾਂ ਪੜ੍ਹਿਆ, ਸੁਣਿਆ, ਸ਼ਰਵਣ ਕੀਤਾ, ਸਾਡੇ ਹਿਰਦੇ ਦੇ ਵਿੱਚ ਵਸ ਜਾਵੇ, ਸਾਡਾ ਮਨੁੱਖਾ ਜੀਵਨ ਵੀ ਸਫਲ ਹੋ ਜਾਵੇ। ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ। ਆਓ ਸੰਗਤ ਜੀ ਆਖਰੀ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ। ਨਾਨਕ ਹਰਿ ਜੀ ਮਇਆ ਕਰ, ਸ਼ਬਦ ਸਵਾਰਣ ਹਾਰ। ਸਾਵਣ ਤਿਨਾ ਸੁਹਾਗਣੀ, ਜਿਨ ਰਾਮ ਨਾਮ ਉਰ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।